जे तू सच्चा होएगा तेनू कोई डरन की लोड़ नहीं। तेनू 5 दिनों च बहाल, तेनू 5 दिनों च नौकरी ते चढ़ा देंगे, बट जे सच्चा नहीं होएगा तो फिर मैं ही सारिਆਂ ਨੂੰ मतलब कि चिट्ठियां ਕੱਢੀ ਜਾਂਦਾ, मैं ही ਲੈਟਰ ਕੱਢੀ ਜਾਂਦਾ। ਜੇ ਮੇਰੇ ਕੋਲੇ 3.5 ਲੱਖ ਰੁਪਇਆ ਹੋਵੇ ਮੈਂ ਚੁੱਪ ਕਰਕੇ ਘਰੇ ਨਾ ਬਹਿ ਜਾ। ਮੈਨੂੰ ਕੀ ਲੋੜ ਆ, ਹੈਂਡੀਕੈਪਟ ਹੈਗਾ ਮੈਂ, ਐਵੇਂ ਚੱਕ ਕੇ ਆਪਦੇ ਕਾਗਜ਼ ਕਦੇ ਕਿਸੇ ਕੋਲੇ ਜਾਣਾ ਕਦੇ ਕਿਸੇ ਕੋਲੇ ਜਾਣਾ। चलो मैं मंगलवार ਨੂੰ ਇਹਨੂੰ ਸੱਦਦਾ ਹੈ ਤੇ ਤੁਹਾਨੂੰ 1-2 ਦਿਨਾਂ ਚ ਸੱਦ ਕੇ ਅਸੀਂ ਬੁਲਾ ਕੇ ਇਹਨੂੰ ਨਿਬੇੜਦੇ ਹਾਂ ਕੀ ਹੈ। ਤੇ ਅਗਲਾ ਐਕਸ਼ਨ ਕੀ ਹੋਊਗਾ ਜੇ ਤੁਹਾਨੂੰ ਤੁਹਾਡੇ 'ਚ ਇਹ ਨਹੀਂ ਮਤਲਬ ਕਿ ਹਲੇ ਤੱਕ ਕੋਈ ਰਿਜ਼ਲਟ ਆਉਂਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ? ਐਕਸ਼ਨ ਤਾਂ ਜੀ ਹੁਣ ਬਸ ਕੱਲੀ ਸੁਸਾਈਡ ਹੀ ਰਹਿ ਗਈ। ਪਹਿਲਾਂ ਵੀ 2.5 ਸਾਲ ਬਾਅਦ ਮਰਦੇ ਘੁੱਟਦਿਆਂ ਨੇ ਕੱਢ ਲਿਆ ਟਾਈਮ, ਹੁਣ ਤਾਂ ਬਸ ਇੱਕੋ ਹੀ ਹੱਲ ਰਹਿ ਗਿਆ। ਹੋਰ ਤਾਂ ਹੁਣ ਜੇ ਸ਼ਾਇਦ ਜੀਐਮ ਸਾਹਿਬ ਨੂੰ ਕੋਈ ਤਸੱਲੀ ਹੋ ਜੇ ਵੀ ਇਹ ਬੰਦਾ ਸੱਚਾ ਸੀ ਯਾਰ, ਆਪਾਂ ਸੱਚਾ ਬੰਦਾ ਮਾਰ ਲਿਆ, ਹੁਣ ਕੋਈ ਕਸਰ ਰਹੀ ਤਾਂ ਹੈ ਨਹੀਂ। ਨਹੀਂ ਰੋਣਾ ਨਹੀਂ ਹੈ ਵੀਰ, ਉਹ ਨਹੀਂ ਭਰਾ। ਮੈਂ ਇੱਕ ਗੱਲ ਜ਼ਰੂਰ ਦੇਖਣੀ ਚਾਹੁੰਦਾ, ਇੱਕ ਤਾਂ ਯਾਰ ਹੈਂਡੀਕੈਪਡ ਬੰਦਾ ਤੇ ਦੂਜਾ ਗੱਲ ਇਹ ਖੁਦ ਚੈਨਲਾਂ ਦੇ ਨਾਲ ਫੋਨ ਕਰਕੇ ਮੈਨੂੰ ਵੀਰ ਨੇ ਬਰਨਾਲੇ ਤੋਂ ਫੋਨ ਕੀਤਾ, ਰੋਪੜ ਆਇਆ ਉਹ। ਤੇ ਜਿਹੜਾ ਦੋਸ਼ੀ ਹੋਊਗਾ ਅਗਲਾ ਕਹਿੰਦਾ ਯਾਰ ਇੱਕ ਕੰਮ ਦੇ ਵਿੱਚ ਮੈਂ ਫਸ ਗਿਆ ਵੀ ਠੀਕ ਹੈ ਹੁਣ ਹੋਰ ਨੌਕਰੀ ਦੇਖ ਲੈਂਦੇ। ਉਹ ਇਕੱਲਾ ਹੀ ਫਿਰੀ ਜਾਂਦਾ। ਔਰ ਇਹ ਮੈਨੂੰ ਆ ਕੇ ਵੀ ਕਿਹਾ ਸੀ ਨਾ ਵੀਰ ਨੇ ਵੀ ਬਾਈ ਜੀ ਜੇ ਮੈਂ ਦੋਸ਼ੀ ਹਾਂ ਤਾਂ ਮੈਂ ਯਾਰ ਹਰੇਕ ਦਾ ਦਰਵਾਜ਼ਾ ਕਿਉਂ ਖੜਕਾਈ ਜਾਂਦਾ। ਕਦੇ ਮੈਂ ਮੁੱਖ ਮੰਤਰੀ ਨੂੰ ਚਿੱਠੀਆਂ ਪਾਈ ਜਾਂਦਾ, ਕਦੇ ਵੜਿੰਗ ਸਾਹਿਬ ਦੇ ਨੂੰ ਕਹੀ ਜਾਂਦਾ, ਕਦੇ ਕਿਸੇ ਨੂੰ ਕਹੀ ਜਾਂਦਾ। ਇੱਕ ਹੋਰ ਇਹ ਗੱਲ ਵੀ ਦੱਸੋ ਮੈਨੂੰ, ਇਹਨਾਂ ਨੇ ਇੱਕ ਇਹ ਵੀ ਲਿਖਿਆ ਹੋਇਆ ਏ MP ਸਿੰਘ ਜੀ ਨੇ ਵੀ ਜਿਹੜੀ ਹੈਗੀ ਆ ਪੰਚਾਇਤ ਦੇ ਮੂਹਰੇ ਆ ਕੇ ਇਹਨੇ ਮਾਫੀ ਮੰਗੀ। ਤੁਸੀਂ ਪੰਚਾਇਤ ਲੈ ਕੇ ਗਏ ਸੀ MP ਸਿੰਘ ਦੇ ਕੋਲ, ਫਿਰ ਤੁਸੀਂ ਕਿਉਂ ਲੈ ਕੇ ਗਏ ਸੀ? ਆਹ ਲਿਖਿਆ ਹੋਇਆ ਸਪੈਸ਼ਲੀ ਉਹਨਾਂ ਨੇ। ਨਹੀਂ ਸਰ, ਮੈਂ ਪੰਚਾਇਤ, ਮੇਰੇ 2 ਬੱਚੇ ਜੀ, ਆਪਾਂ ਦੋਨਾਂ ਦੀ ਸਹੁੰ ਖਾਂਦੇ ਹਾਂ। ਜੇ ਮੈਂ ਕਿਤੇ ਸਰਪੰਚ ਨੂੰ ਨਾਲ ਲੈ ਕੇ ਗਿਆ ਹਾਂ ਵੀ ਕੁਲਦੀਪ ਸਿੰਘ ਤੁਹਾਡੇ ਕੋਲ ਪੰਚਾਇਤ ਦੇ ਵਿੱਚ ਆ ਕੇ ਵੀ ਮੁਆਫੀ ਮੰਗਦਾ ਹੈ ਜੀ। ਤੇ ਉਹ ਕਦੋਂ? ਮੈਂ ਤੁਹਾਨੂੰ ਇੱਕ ਗੱਲ ਕਹਾਂ, ਹੁਣ ਜੇ ਬਹਾਲ ਹੋ ਸਕਦਾ ਨਾ ਤੇ ਮੇਰੀ ਕਲਮ ਤੋਂ ਨਹੀਂ, MD ਦੀ ਕਲਮ ਤੋਂ ਬਹਾਲ ਹੋ ਸਕਦਾ ਵੀ ਸਰ ਉਹਦਾ ਮੈਨੂੰ ਇਹ ਵੀ ਦੱਸ ਦਿਓ ਨਾ ਵੀ ਸਰਪੰਚ ਕਦੋਂ ਆਇਆ ਸੀ? ਤੁਸੀਂ ਲਿਖਿਆ ਹੋਇਆ ਵੀ ਜੇ ਮੈਂ ਦੇਖਾਂਗਾ ਫਾਈਲ ਦੇਖ ਕੇ ਮੈਂ ਕਹਿ ਸਕਦਾ। ਹੁਣ ਤੁਹਾਡੇ ਕੋਲ ਤੇ ਹੋਣਾ ਨਾ ਕੋਈ ਕਾਗਜ਼। ਸਰ ਮੈਨੂੰ ਜਦੋਂ ਹੁਣ ਤੁਹਾਨੂੰ ਸਰ ਪਿੱਛੇ ਜਦੋਂ ਪਹਿਲੀਆਂ ਗੱਲਾਂ ਹੋਈਆਂ ਤੁਹਾਨੂੰ 1-1 ਸਾਲ ਦੀਆਂ 2-2 ਸਾਲ ਦੀਆਂ ਵੀ ਗੱਲਾਂ ਆਪਾਂ ਯਾਦ ਹੈ ਜੀ। ਤੇ ਹੁਣ ਇਹ ਸਰਪੰਚ ਵਾਲੀ ਗੱਲ ਤਾਂ ਵੈਸੇ ਹੀ ਯਾਦ ਰਹਿ ਸਕਦੀ ਹੈ ਸਰ। ਦੇਖੋ ਮੈਂ ਇਹ ਗੱਲ ਹੈਗੀ 1.5 ਸਾਲ ਪੁਰਾਣੀ, ਠੀਕ ਹੈ ਨਾ। ਹਾਂਜੀ। ਉਸ ਤੋਂ ਬਾਅਦ ਮੈਂ ਬਦਲ ਗਿਆ। ਅੱਛਾ ਜੀ। ਹਾਂਜੀ। ਮੈਂ ਹੁਣ ਆਇਆ, ਹਫਤਾ ਹੋਇਆ ਮੈਨੂੰ। ਪੈਰੀ ਹੱਥ ਲਾਉਣ ਦਾ ਤਾਂ ਯਾਦ ਰਹਿ ਜਾਂਦਾ ਸਰ। ਮੈਨੂੰ ਮੇਰੇ ਤੋਂ 5 ਸਾਲ ਪਹਿਲੇ ਪੁੱਛ ਲਓ ਜੀ ਕਿ ਦੱਸੋ, ਮੈਂ ਦੱਸ ਤੁਹਾਡੀ ਯਾਦਾਸ਼ਤ ਹੋਏਗੀ, ਮੇਰੀ ਇੰਨਾ ਨਹੀਂ, ਕਿਉਂਕਿ ਮੈਨੂੰ ਬਥੇਰੇ ਸਰ ਬਹੁਤ ਵੱਡੇ ਰੈਂਕ ਤੇ ਹੋ ਤੁਸੀਂ, ਇੱਕ ਅਫਸਰ ਦੇ ਰੈਂਕ ਤੇ ਹੋ, ਤੁਹਾਡੀ ਯਾਦਾਸ਼ਤ ਉਮਰ ਦੇ ਹਿਸਾਬ ਨਾਲ ਸਭ ਤੋਂ ਡਾਊਨ ਹੋ ਜਾਂਦਾ। ਚਲੋ ਸਿੰਘ ਸਾਹਿਬ, ਇਸ ਕੇਸ ਨੂੰ ਜ਼ਰੂਰ ਜਿਵੇਂ ਤੁਸੀਂ ਪਹਿਲੇ ਵੀਡੀਓ ਕਾਲ ਕੀਤੀ ਸੀਗੀ ਤਾਂ ਗੱਲਾਂ ਜ਼ਿਆਦਾ ਫਰਕ ਨਹੀਂ ਲੋਕ ਸਮਝ ਰਹੇ। ਲੋਕ ਕਹਿੰਦੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਵੀ ਐਵੇਂ ਲਾਈਵ ਹੋ ਜਾਂਦੇ ਸੀਗੇ ਵੀ ਹਾਂਜੀ ਬੇਟੇ ਕਰਦੇ ਆ ਤੇ ਹੁੰਦਾ ਨਹੀਂ ਸੀ। ਤੇ ਤੁਸੀਂ ਵੀ ਲਾਈਵ ਹੋ ਗਏ ਹੋ, ਪਰ ਹਲੇ ਇਹ ਵੀਰ ਦਾ ਹੱਲ ਹੋਇਆ ਨਹੀਂ। ਤੁਸੀਂ ਕਰਾਉਣਾ ਚਾਹੁੰਦੇ ਸੀ, ਬਰਨਾਲਾ ਜਾ ਕੇ ਵੀ ਤੁਸੀਂ ਕਿਹਾ, ਪਰ ਅਫਸਰਾਂ ਨੇ ਇਹ ਕੰਮ ਕਿਉਂ ਨਹੀਂ ਕੀਤਾ? ਤਾਂ ਉਹਨਾਂ ਤੋਂ ਵੀ ਹੁਣ ਤੁਸੀਂ ਜਵਾਬ ਮੰਗੋ। ਦੋਸ਼ੀ ਚਾਹੇ ਉਹ ਕੁਲਦੀਪ ਹੋਵੇ, ਚਾਹੇ ਉਹ MP ਸਿੰਘ ਜੀ ਹੋਣ, ਚਾਹੇ ਉਹ ਕੋਈ ਹੋਰ ਵੱਡਾ ਅਧਿਕਾਰੀ ਹੋਵੇ, ਚਾਹੇ ਉਹ ਇਹਦੇ ਬਰਾਬਰ ਦੀ ਪੋਸਟ ਦਾ ਹੋਵੇ, ਸੋ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਤੇ ਅਸੀਂ ਉਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਫਿਰ ਦਿਖਾਵਾਂਗੇ ਵੀ ਪੰਜਾਬ ਸਰਕਾਰ ਹੁਣ ਆਈ ਹੈ। ਜਿਹੜੇ ਕਹਿੰਦੇ ਸੀ ਨਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦੋਸ਼ ਲੱਗਦੇ ਸੀ ਉਹ ਸਹੀ ਸੀ, ਤੇ ਹੁਣ ਸਰਕਾਰ ਨੇ ਕਰਕੇ ਦਿਖਾਇਆ। ਫਿਰ ਅਸੀਂ ਦੁਬਾਰਾ ਖਬਰ ਲਗਾਵਾਂਗੇ ਇਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ। ਦਰਸ਼ਕੋ, ਬੀਤੇ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬਣਾਇਆ ਜਾਂਦਾ ਹੈ। ਇਸ ਦੌਰਾਨ ਇਹ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਜਿਹੜੇ ਵਾਅਦੇ ਸੀਗੇ ਉਹ ਪੂਰੇ ਨਹੀਂ ਕੀਤੇ, ਤੇ ਗੱਲਾਂ ਇਹ ਵੀ ਹੋਈਆਂ ਵੀ ਕੈਪਟਨ ਰਾਜ ਦੇ ਵਿੱਚ ਬੇਈਮਾਨੀ, ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ ਜ਼ਿਆਦਾ ਪਾਈ ਗਈ, ਜਿਸ ਕਰਕੇ ਉਹਨਾਂ ਨੂੰ ਗੱਦੀਓਂ ਲਾਹੁਣਾ ਪਿਆ। ਆਪਣਿਆਂ ਨੇ ਹੀ ਬਗਾਵਤ ਕੀਤੀ। ਪਰ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਬਾਅਦ ਕੀ ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਰੁਲ ਰਹੇ ਕੇਸ ਸੀਗੇ, ਚਾਹੇ ਉਹ ਕਿਸੇ ਬੇਈਮਾਨੀ ਦੇ ਵਿੱਚ ਸੀਗੇ,
ਚਾਹੇ ਉਹ ਰਿਸ਼ਵਤਖੋਰੀ ਦੇ ਨਾਲ ਸੰਬੰਧਿਤ ਸੀਗੇ, ਤਾਂ ਕਿ ਉਹਨਾਂ ਦਾ ਹੱਲ ਹੋਇਆ? ਕਿਉਂਕਿ ਸੱਤਾ ਦੇ ਵਿੱਚ ਨਵੀਂ ਸਰਕਾਰ ਇਹ ਕਹਿ ਕੇ ਆਈ ਸੀ ਵੀ ਸਾਨੂੰ ਕੰਮ ਕਰਨ ਦੇ ਲਈ ਤਾਂ 10 ਦਿਨ ਹੀ ਬਹੁਤ ਨੇ। ਅਜੇ ਤਾਂ ਸਾਡੇ ਕੋਲ ਲਗਭਗ 4 ਤੋਂ 5 ਮਹੀਨੇ ਦਾ ਸਮਾਂ ਪਿਆ, ਸਾਡੇ ਲਈ ਤਾਂ 10 ਮਹੀਨੇ ਹੀ ਬਹੁਤ ਨੇ। ਪਰ 2019 ਦੇ ਵਿੱਚ 30/3/2019 ਨੂੰ ਇੱਕ ਕੇਸ ਆਉਂਦਾ ਹੈ PRTC ਦੇ ਨਾਲ ਸੰਬੰਧਿਤ, ਮਸ਼ੀਨਾਂ ਦੀ ਚੋਰੀ ਦਾ ਕੇਸ ਰਹਿੰਦਾ। ਉਹ ਕੁਲਦੀਪ ਸਿੰਘ ਨੌਜਵਾਨ ਦੇ ਨਾਲ ਸੰਬੰਧਿਤ ਰਹਿੰਦਾ ਹੈ, ਜਿਹਦੇ ਨਾਲ ਪਿਛਲੇ ਸਮੇਂ ਦੌਰਾਨ ਰਾਜਾ ਵੜਿੰਗ ਹੋਰੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹ ਵੀ ਗੱਲ ਕਰਦੇ ਨੇ ਵੀ ਕੁਲਦੀਪ ਸਿੰਘ ਤੇਰਾ ਇਹ ਕੇਸ 1-2 ਦਿਨਾਂ ਦੇ ਵਿੱਚ ਹੀ ਸੋਲਵ ਕਰ ਦਿੰਦੇ ਆ। ਵੀਰ ਹੈਂਡੀਕੈਪਡ ਹੈ, ਕੰਡਕਟਰ ਸੀਗਾ PRTC ਦੇ ਵਿੱਚ, ਪਰ ਲੱਤ ਕੱਟੀ ਜਾਂਦੀ ਹੈ। ਹੁਣ ਨਕਲੀ ਲੱਤ ਜਿਹੜੀ ਹੈਗੀ ਹੈ ਵੀਰ ਦੀ ਲੱਗੀ ਪਈ ਹੋਈ ਹੈ। ਬਰਨਾਲੇ ਡਿਪੂ ਨਾਲ ਸੰਬੰਧਿਤ ਹੈ। ਪਹਿਲਾਂ ਕੇਸ ਦੀ ਗੱਲਬਾਤ ਕਰਦੇ ਹਾਂ। ਕੁਲਦੀਪ ਸਿੰਘ, ਕੀ ਗੱਲ ਜਿਹੜੀ ਹੋਈ ਸੀਗੀ 2019 ਦੇ ਵਿੱਚ ਤੁਹਾਨੂੰ ਨੌਕਰੀਓਂ ਲਾਇਆ ਜਾਂਦਾ ਹੈ, ਕੀ ਅਜਿਹੀ ਘਟਨਾ ਸੀ, ਕਿਹੜੀ ਚੋਰੀ ਦੇ ਨਾਲ ਸੰਬੰਧਿਤ ਤੁਹਾਡਾ ਕੇਸ ਸੀਗਾ? ਇਹ ਮਸ਼ੀਨਾਂ ਦੀ ਚੋਰੀ ਦਾ ਮਾਮਲਾ ਸੀਗਾ ਸਰ। 30/3/19 ਦਾ ਕੇਸ ਆ ਇਹ। ਤੇ 30/3/19 ਨੂੰ ਮਤਲਬ ਕਿ ਇੱਕ ਕੇਸ ਨਿਕਲਦਾ ਵੀ 2 ਮਸ਼ੀਨਾਂ 49 775 49 069 ਇਹ 2 ਨੰਬਰ ਦੀਆਂ ਮਸ਼ੀਨਾਂ ਮਤਲਬ ਕਿ ਚੋਰੀ ਦਰਸਾਈਆਂ ਜਾਂਦੀਆਂ ਨੇ ਵੀ ਇਹ ਮਸ਼ੀਨਾਂ ਚੋਰੀ ਹੋ ਗਈਆਂ। ਤੇ ਉਸ ਕੇਸ ਦੇ ਵਿੱਚ ਮਤਲਬ ਕਿ ਮੇਰੀ ਜਵਾਬ ਤਲਬੀ ਹੁੰਦੀ ਹੈ। ਜਵਾਬ ਤਲਬੀ ਤੋਂ ਬਾਅਦ ਮੈਨੂੰ ਮਤਲਬ ਕਿ ਮੈਂ ਬੰਦੇ ਦਾ ਨਾਮ ਲਿਖ ਕੇ ਦੇਣਾ, ਜਿਹੜਾ ਮੇਰੇ ਕੋਲ ਬੈਠਾ ਸੀ। ਇਹਨਾਂ ਨੇ ਕਿਹਾ ਸੀ ਵੀ ਤੇਰੇ ਟਾਈਮ 'ਚ ਹੋਈਆਂ ਨੇ ਸ਼ਾਮ ਨੂੰ। ਤੇ ਉਹ ਜਵਾਬ ਤਲਬੀ ਤੇ ਮਤਲਬ ਕਿ GM ਸਾਹਿਬ ਸੀਗੇ ਵੀ ਇਹ ਅਸੰਤੁਸ਼ਟ ਹੋ ਗਏ ਸੀ ਵੀ ਇਹਨਾਂ ਨੂੰ ਠੀਕ ਨਹੀਂ ਲੱਗੀ ਉਹ ਜਵਾਬ ਤਲਬੀ। ਤੇ ਉਹਦੇ ਵਿੱਚ ਜਿਹੜਾ ਨਾਮ ਦਿੱਤਾ ਹੋਇਆ ਸੀ ਲਿਖ ਕੇ, ਤੇ ਉਹ ਨਾਮ ਦੇ ਬੰਦੇ ਤੇ ਤਾਂ ਕੋਈ ਕਾਰਵਾਈ ਹੋਈ ਨਹੀਂ ਤੇ ਮੈਨੂੰ ਨੌਕਰੀ ਤੋਂ ਲਾਤਾ ਸੀ ਇਹਨਾਂ ਨੇ। ਮਤਲਬ ਕੌਣ ਸੀਗੇ GM? ਉਦੋਂ ਜਨਰਲ ਮੈਨੇਜਰ ਸੀਗੇ ਜੀ ਮਹਿੰਦਰਪਾਲ ਸਿੰਘ, MP ਸਿੰਘ ਕਹਿੰਦੇ ਨੇ ਜੀ ਸਾਡੇ। ਹੁਣ ਵੀ ਉਹੀ ਨੇ? ਹਾਂ, ਹੁਣ ਬਦਲ ਕੇ ਉਹੀ ਆ ਗਏ। ਪਹਿਲਾਂ ਫਰੀਦਕੋਟ ਸੀਗੇ, ਸ਼ਾਇਦ ਹੁਣ 2 ਡਿਪੂ ਦਿੱਤੇ ਇਹਨਾਂ ਨੂੰ। ਅੱਛਾ ਜੀ। ਤੇ ਤੁਹਾਡੀ ਰਾਜਾ ਵੜਿੰਗ ਹੋਰਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ, ਵੀਡੀਓ ਕਾਲ ਕਰਦੇ ਨੇ ਉਹ ਤੁਹਾਨੂੰ? ਹਾਂਜੀ। ਤੇ ਉਹ ਕਹਿੰਦੇ ਵੀ 1-2 ਦਿਨਾਂ ਦੇ ਵਿੱਚ ਹੀ ਕੇਸ ਸੋਲਵ ਕਰਦੇ। ਹੁਣ ਤੇ 15 ਦਿਨ ਹੋ ਗਏ ਸੋਲਵ? ਨਹੀਂ ਸਰ, ਹਜੇ ਤਾਂ ਨਹੀਂ ਹੋਇਆ ਕੇਸ ਸੋਲਵ। ਤੇ ਵੜਿੰਗ ਸਾਹਿਬ ਆਏ ਸੀ ਬਰਨਾਲੇ ਤੇ ਉਹਨਾਂ ਨੇ ਮਾਨਯੋਗ SSP ਸਾਹਿਬ ਤੇ DC ਸਾਹਿਬ ਦੀ ਡਿਊਟੀ ਲਾਈ ਆ। ਤੇ GM ਸਾਹਿਬ ਨੂੰ ਸੋਮਵਾਰ ਨੂੰ ਬੁਲਾਇਆ ਸੀਗਾ। ਤੇ ਉਹ ਮੈਂ ਉਸ ਦਿਨ ਗਿਆ ਸੀਗਾ, ਮੇਰੇ ਖਿਆਲ ਵੀ ਉਹਦੇ GM ਸਾਹਿਬ ਪੇਸ਼ ਨਹੀਂ ਹੋਏ, ਇਸ ਤੋਂ ਬਾਅਦ ਗਏ ਨੇ। ਤੇ ਬਾਕੀ ਹਜੇ ਮੈਨੂੰ ਕੇਸ ਦਾ ਕੋਈ ਪਤਾ ਨਹੀਂ ਲੱਗਿਆ ਵੀ ਕੇਸ 'ਚ ਕੁਛ ਕਾਰਵਾਈ ਹੋਈ ਜਾਂ ਨਹੀਂ ਹੋਈ। ਮੇਰੀ MP ਸਿੰਘ ਹੋਰਾਂ ਦੇ ਨਾਲ ਗੱਲਬਾਤ ਹੁੰਦੀ ਹੈ। ਪਹਿਲਾਂ ਅਸੀਂ ਦਰਸ਼ਕਾਂ ਨੂੰ MP ਸਿੰਘ ਜਿਹੜੇ GM ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਸਾਡੀ ਹੁੰਦੀ ਹੈ ਉਹ ਸੁਣਾ ਦਿੰਦੇ ਹਾਂ, ਫਿਰ ਆਪਾਂ ਕੁਲਦੀਪ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। GM MP ਸਿੰਘ ਜੀ? ਹਾਂਜੀ ਸਰ, ਜਗਦੀਪ ਸਿੰਘ ਥਲੀ ਬੋਲ ਰਿਹਾ ਜੀ, ਔਨ ਰਿਕਾਰਡ ਤੁਹਾਨੂੰ ਮੈਂ ਲੈ ਰਿਹਾ ਜੀ ਸ਼ੋਅ ਦੇ ਵਿੱਚ। ਕੁਲਦੀਪ ਸਿੰਘ ਦਾ ਸਰ ਕੇਸ ਸੀਗਾ ਜੀ 2019 ਦੇ ਵਿੱਚ, 30/3/2019 ਨੂੰ ਜਿਹੜਾ ਹੋਇਆ ਸੀ। ਹਾਂਜੀ ਹਾਂਜੀ। ਉਸ ਮਾਮਲੇ ਦੇ ਵਿੱਚ ਸੋਮਵਾਰ ਨੂੰ ਤੁਹਾਨੂੰ ਹਾਜ਼ਰ ਹੋਣ ਦੇ ਲਈ ਰਾਜਾ ਵੜਿੰਗ ਹੋਰਾਂ ਨੇ ਕਿਹਾ ਸੀਗਾ, ਪਰ ਤੁਸੀਂ ਉੱਥੇ ਹਾਜ਼ਰ ਨਹੀਂ ਹੁੰਦੇ ਜੀ। ਕੀ ਕਾਰਨ ਰਹਿੰਦਾ ਸਰ? ਨਹੀਂ, ਮੈਂ ਹਾਜ਼ਰ ਹੋਇਆ ਮੰਗਲਵਾਰ ਨੂੰ। ਸੋਮਵਾਰ ਨੂੰ ਮੇਰੀ ਮੀਟਿੰਗ ਸੀ ਉਹਨਾਂ ਵੱਲੋਂ ਹੀ ਸੀਗਾ, ਜਿਹੜੇ ਬੋਡੀਆਂ ਦੀ ਚੱਲਦੀ ਹੈ, ਮੈਂ ਉੱਥੇ ਸੀਗਾ। ਅੱਛਾ ਜੀ। ਤੇ ਇਹ ਕੇਸ ਹੁਣ ਕੀ ਹੈਗਾ ਸਰ? ਇਹਦੇ ਕੇਸ ਦੀ ਜਾਣਕਾਰੀ ਦਿਓ ਜੀ, ਕਿੱਥੇ ਕੁ ਖੜਾ ਜੀ? ਇਹ ਸਾਰਾ ਹੈੱਡ ਆਫਿਸ ਗਿਆ ਹੋਇਆ ਜੀ, ਕੇਸ ਉੱਥੇ ਉਹਨਾਂ ਕੋਲ ਹੀ ਹੈ ਸਾਰੀ ਫਾਈਲ। ਇਹਦੇ ਵਿੱਚ ਕੁਲਦੀਪ ਸਿੰਘ ਦੋਸ਼ੀ ਪਾਏ ਜਾ ਰਹੇ ਨੇ ਜਾਂ ਕਿਵੇਂ? ਇਹ ਫਾਈਲ ਦੇਖ ਕੇ ਪਤਾ ਲੱਗੇਗਾ ਜੀ। ਇਨੀਸ਼ੀਅਲੀ ਤੇ ਸੀਗਾ ਇਹ। ਸਰ ਇੱਕ ਗੱਲ ਹੋਰ ਜੀ, ਜਦੋਂ ਪੜਤਾਲ ਹੋਈ ਨਹੀਂ ਸੀ, ਹਲੇ ਹੋ ਰਹੀ ਹੈ, ਇਹਦਾ ਫਾਈਨਲ ਨਹੀਂ ਹੋਇਆ ਜੀ, ਹਨਾ ਜੀ? ਮੁੱਢਲੀ ਪੜਤਾਲ ਹੋਈ ਸੀ ਜੀ, ਜਿਹਦੇ ਨਾਲੇ ਜੌਬ ਤਲਬੀ। ਸਰ ਕੁਲਦੀਪ ਸਿੰਘ ਤੁਸੀਂ ਇਨਕੁਆਇਰੀ ਕਰਨੀ ਹੈ ਜੀ ਕਿ ਹੈੱਡ ਆਫਿਸ ਤੇ ਕਰਨੀ ਹੈ? ਹਾਂਜੀ, ਤੁਸੀਂ ਤੇ ਨਹੀਂ ਨਾ ਕਰਨੀ। ਮੈਂ ਤੁਹਾਨੂੰ ਜੋ ਤੁਸੀਂ ਪੁੱਛੀ ਜਾ ਰਹੇ ਹੋ ਮੈਂ ਤੁਹਾਨੂੰ ਉਹਦਾ ਰਿਪਲਾਈ ਕਰ ਰਿਹਾ। ਹਾਂਜੀ। ਨਹੀਂ, ਅਸੀਂ ਨਹੀਂ ਕਰਨੀ ਸਰ, ਇਹ ਰਾਜਾ ਵੜਿੰਗ ਸਾਹਿਬ ਨੇ ਵੀ ਵੀਡੀਓ ਤਾਂ ਰਾਜਾ ਵੜਿੰਗ ਹੋਰਾਂ ਕੋਲ ਵੀ ਜਾਣੀ ਹੈ ਨਾ ਜੀ। ਅਸੀਂ ਤਾਂ ਕਿਉਂਕਿ ਮੈਂ ਸਰ ਤੁਹਾਨੂੰ ਮੈਂ ਨਹੀਂ ਪੁੱਛ ਰਿਹਾ, ਮੈਂ ਸਿਰਫ ਇਹ ਪੁੱਛ ਰਿਹਾ ਜੀ ਜਿਹੜੇ ਤੁਹਾਡੇ ਐਲੀਗੇਸ਼ਨ ਨੇ ਵੀ ਜਿਹੜੀ ਵੀ ਉਹਦੀ ਦੁੱਖ ਤਕਲੀਫ ਹੈ ਉਹ MD ਸਾਹਿਬ ਨੇ ਸੁਣਨੀ ਆ। ਉਹ MD ਸਾਹਿਬ ਨੂੰ ਜਾ ਕੇ ਮਿਲੇ, ਜੋ ਵੀ ਆਪਣੇ ਜਿਹੜੇ ਵੀ ਉਹ ਕਹਿੰਦਾ ਮੇਰੇ ਕੋਲ ਪ੍ਰੂਫ ਹੈਗੇ, ਇਹ ਹੈਗਾ ਉਹ ਹੈਗਾ, ਉਹਨਾਂ ਨੂੰ ਜਾ ਕੇ ਦਿਖਾਏ। ਨਹੀਂ ਸਰ, ਸੰਬੰਧਿਤ ਅਧਿਕਾਰੀ ਤੇ ਤੁਸੀਂ ਵੀ ਹੋ ਨਾ, ਤੁਸੀਂ ਵੀ ਸੁਣ ਸਕਦੇ ਹੋ ਜੀ। ਉਹ ਮੇਰੀ ਗੱਲ ਸੁਣੋ, ਜਦੋਂ ਇੱਕ ਵਾਰੀ ਕੇਸ ਛੋਟੇ ਕੋਰਟ ਤੋਂ ਖਤਮ ਹੋ ਜਾਂਦਾ ਹੈ, ਉਹਦੀ ਸੁਣਵਾਈ ਫਿਰ ਉਸ ਤੋਂ ਉਤਲੇ ਕੋਰਟ ਵਿੱਚ ਹੁੰਦੀ ਹੈ ਨਾ। ਸਾਡਾ ਵੀ ਉਹੀ ਸਿਸਟਮ ਹੈ। ਜੇ ਉਹਦੇ ਨਾਲ ਜਿਹੜਾ ਕੁਝ ਵੀ ਹੋਇਆ ਨਹੀਂ ਹੋਇਆ, ਜੋ ਵੀ ਹੈ, ਜੋ ਵੀ ਉਹਨੂੰ ਲੱਗਿਆ ਵੀ ਗਲਤ ਹੈ ਸਹੀ ਹੈ, ਉਹਦੀ ਅਪੀਲਿੰਗ ਅਥਾਰਟੀ MD ਹੈ। ਤੇ ਹੁਣ ਜਿਹੜੀ ਮੰਗਲਵਾਰ ਨੂੰ ਸਰ ਗੱਲਬਾਤ ਹੋਈ ਹੈ ਜੀ, ਉਹਦੇ ਵਿੱਚ ਕੀ ਹੈਗਾ? ਹੁਣ ਇਹ ਫਾਈਲ ਹੀ ਭੇਜੀ ਹੈ, ਲਿਖ ਕੇ ਭੇਜਿਆ ਕੁਝ ਤੁਸੀਂ?
ਨਹੀਂ ਫਾਈਲ ਆਲਰੇਡੀ ਉੱਥੇ ਹੀ ਹੈ। ਅੱਛਾ ਜੀ। ਹਾਂਜੀ ਤੇ ਚਲੋ ਮੈਂ ਕਿਤੇ ਸੀਗਾ ਬਿਜ਼ੀ। ਹਾਂਜੀ ਹਾਂ। ਮੰਗਲਵਾਰ ਦੀ ਮੀਟਿੰਗ ਦੇ ਵਿੱਚ ਜੀ ਕੋਈ ਗੱਲਬਾਤ ਹੋਈ ਜੀ? ਨਹੀਂ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਵੀ ਫਾਈਲ ਹੈਡ ਆਫਿਸ ਆਲਰੇਡੀ ਇਨਕੁਆਇਰੀ ਇਹਦੀ ਹੋ ਰਹੀ ਹੈ। ਅੱਛਾ ਜੀ, ਹਾਂਜੀ ਠੀਕ ਹੈ ਸਰ, ਠੀਕ, ਓਕੇ। ਸੋ ਜੀਐਮ ਐਮਪੀ ਸਿੰਘ ਕਹਿ ਰਹੇ ਨੇ ਵੀ ਸੋਮਵਾਰ ਨੂੰ ਉਹਨਾਂ ਨੂੰ ਕੰਮ ਸੀਗਾ, ਕਿਸੇ ਮੀਟਿੰਗ ਦੇ ਵਿੱਚ ਸੀਗੇ, ਮੰਗਲਵਾਰ ਨੂੰ ਉਹ ਪੇਸ਼ ਹੁੰਦੇ ਨੇ ਜਾ ਕੇ। ਪਰ ਤੁਸੀਂ ਗੱਲ ਇਹ ਵੀ ਕੀਤੀ ਸੀ ਵੀ ਜਿਹੜੀ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਪੜਤਾਲ ਨਹੀਂ ਕੀਤੀ ਗਈ, ਬਿਨਾਂ ਪੜਤਾਲ ਕੀਤਿਆਂ ਤੁਹਾਨੂੰ ਨੌਕਰੀਆਂ ਲਾ ਦਿੱਤਾ ਗਿਆ। ਪਰ ਜਵਾਬ ਤਲਬੀ ਜਿਹੜੀ ਹੈਗੀ ਉਹ ਮੰਗੀ ਗਈ ਸੀਗੀ। ਜਿਹੜਾ ਤੁਸੀਂ ਜਵਾਬ ਰਿਪਲਾਈ ਕੀਤਾ ਉਹਦੇ ਵਿੱਚ ਇੱਕ ਤੁਸੀਂ ਪ੍ਰਦੀਪ ਨਾਂ ਦੇ ਬੰਦੇ ਦਾ ਜ਼ਿਕਰ ਕਰਦੇ ਹੋ ਵੀ ਇਹ ਦੋਸ਼ੀ ਹੈ ਨਾਲ ਜੀ, ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ, ਤੁਹਾਨੂੰ ਕੱਢ ਦਿੱਤਾ ਜਾਂਦਾ ਹੈ। ਤੁਸੀਂ ਇਹ ਕਹਿੰਦੇ ਹੋ ਵੀ ਬਿਨਾਂ ਕਾਰਵਾਈ ਕੀਤਿਆਂ ਉਹਦੇ ਤੇ ਤੁਹਾਨੂੰ ਕੱਢ ਦਿੱਤਾ ਜਾਂਦਾ ਹੈ? ਹਾਂ ਬਿਨਾਂ ਸਰ, ਪੜਤਾਲ ਕੀਤਿਆਂ। ਮੈਂ ਉਹੀ ਕਹਿ ਰਿਹਾ ਨਾ ਵੀ ਜੇ ਤਾਂ ਜਵਾਬ ਤਲਬੀ ਨੂੰ ਪੜਤਾਲ ਮੰਨਿਆ ਜਾ ਸਕਦਾ, ਫਿਰ ਜਵਾਬ ਤਲਬੀ ਦਾ ਫਾਇਦਾ ਕੀ ਹੋਇਆ ਜਦੋਂ ਆਪਾਂ ਤਾਂ ਜਵਾਬ ਦਿੱਤਾ ਹੋਇਆ ਜਿਹਦੇ ਤੋਂ ਕੋਈ ਐਕਸ਼ਨ ਨਹੀਂ ਲੈਣਾ। ਜਦੋਂ ਆਪਾਂ ਅਸੰਤੁਸ਼ਟੀ ਹੋਣਾਗਾ ਵੀ ਇਹ ਜਿਹੜਾ ਮਰਜ਼ੀ ਜਵਾਬ ਦੇ ਦੇ, ਫਿਰ ਤਾਂ ਕੋਈ ਜਵਾਬ ਤਲਬੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸਰ। ਕੋਈ ਕੀ ਸਬੂਤ ਕੀ ਹੈ ਪੜਤਾਲ ਨਹੀਂ? ਕਿਉਂਕਿ ਹੁਣ ਜੀਐਮ ਸਾਹਿਬ ਸਿੱਧੇ ਤੌਰ ਤੇ ਕਹਿ ਰਹੇ ਨੇ, ਮੈਂ ਉਹਨਾਂ ਨੂੰ ਕਿਹਾ ਵੀ ਬਿਨਾਂ ਪੜਤਾਲ ਕੀਤਿਆਂ ਤੁਸੀਂ ਬੰਦਿਆਂ ਨੂੰ ਕੱਢ ਦਿੱਤਾ, ਤੇ ਉਹ ਕਹਿੰਦੇ ਨੇ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ? ਉਹ ਤਾਂ ਕਹਿੰਦੇ ਕੁਲਦੀਪ ਕਹਿ ਰਹੇ ਨਾ ਵੀ ਪੜਤਾਲ ਨਹੀਂ ਕੀਤੀ। 2 ਪੜਤਾਲਾਂ ਹੋਈਆਂ, ਕਿਉਂ ਨਹੀਂ ਹੋਈਆਂ ਕਹਿੰਦੇ? ਨਹੀਂ ਪੜਤਾਲਾਂ ਮੈਂ ਵੀ ਕਹਿ ਰਿਹਾ ਨਾ ਵੀ 2 ਹੋ ਗਈਆਂ, ਮੈਂ ਤਾਂ ਖੁਦ ਕਹਿ ਰਿਹਾ ਵੀ ਪੜਤਾਲਾਂ 2 ਹੋ ਗਈਆਂ, ਪਰ ਪੜਤਾਲਾਂ ਲਾਗੂ ਕਿਉਂ ਨਹੀਂ ਹੋਈਆਂ? 2.5 ਸਾਲ ਹੋ ਗਏ। ਪੀਆਰਟੀਸੀ ਦੇ ਵਿੱਚ 10 ਰੁਪਏ ਦੇ ਵੀ ਕਨੈਕਟਰ ਲਾਇਆ ਜਾਂਦਾ ਤੇ ਘੰਟੇ 2 ਘੰਟਿਆਂ 'ਚ ਨਾ ਵਾਲਾ ਵੀ ਸਾਰੇ ਦਿਨ 'ਚ ਇਹਨੂੰ ਪਹਿਲੀ ਗੱਲ ਤਾਂ ਨਾਲ ਦੀ ਨਾਲ ਹੀ ਫੋਨ ਕਰ ਦਿੰਦੇ ਆ ਵੀ ਐਂ ਕਰਕੇ ਆ ਬੰਦਾ ਵੀ ਅਸੀਂ 10 ਰੁਪਈਆਂ 'ਚ ਫੜ ਲਿਆ, ਉਹਨੂੰ 2-4 ਦਿਨਾਂ ਦੇ ਵਿੱਚ ਲਾ ਹੁੰਦੇ ਆ। ਹੁਣ ਸ਼ਾਇਦ ਇਹ ਸਿਸਟਮ ਬੰਦ ਕਰ ਰਹੇ ਨੇ ਵੜਿੰਗ ਸਾਹਿਬ, ਤੇ ਮਤਲਬ ਇਹ ਉਹ ਕੇਸ ਤੋਂ 10 ਰੁਪਈਆਂ ਦੇ ਸਭ ਤੋਂ 1000 ਰੁਪਈਆ ਤਨਖਾਹ 'ਚੋਂ ਕੱਟ ਕੇ ਆ ਜਾਂਦਾ। ਮਤਲਬ ਕਿ ਪੀਆਰਟੀਸੀ ਨੇ ਆਪਦਾ ਘਾਟਾ ਪੂਰਾ ਕਰ ਲਿਆ। 10 ਰੁਪਈਆਂ ਦਾ 1000 ਰੁਪਈਆ 100 ਗੁਣਾ ਹੋ ਗਿਆ, ਉਹਨਾਂ ਨੇ ਘਾਟਾ ਪੂਰਾ ਕਰ ਲਿਆ। ਇਹ 3.5 ਲੱਖ ਰੁਪਏ ਦਾ ਮੈਨੂੰ ਨੌਕਰੀ ਤੋਂ ਲਾ ਕੇ 3.5 ਲੱਖ ਰੁਪਏ ਦਾ ਘਾਟਾ ਕਿਵੇਂ ਪੂਰਾ ਕਰ ਲਿਆ? ਮੈਨੂੰ ਡਿਊਟੀ ਤੋਂ ਲਾਤਾ, ਮੈਨੂੰ ਡਿਊਟੀ ਤੋਂ ਲਾਉਣ ਨਾਲ ਕੇਸ ਵੀ ਬੰਦ। ਇਸ ਤੋਂ ਬਾਅਦ ਹੋ ਗਿਆ, ਇਸ ਤੋਂ ਬਾਅਦ ਮੈਂ 6 ਮਹੀਨੇ ਬਾਅਦ ਮੈਂ ਮਤਲਬ ਕਿ ਜ਼ੋਰ ਪਾਉਣਾ, ਫਿਰ ਇਹ ਕੇਸ ਖੁੱਲ੍ਹਦਾ। ਇਹਦਾ ਮਤਲਬ ਕਿ ਕੋਈ ਸ਼ੱਕ ਦੇ ਦਾਇਰੇ 'ਚ ਆਉਂਦਾ ਨਾ ਵੀ ਕਿਉਂ ਨਹੀਂ ਕੇਸ ਖੋਲ੍ਹਿਆ ਜਾ ਰਿਹਾ। ਹੁਣ 2.5 ਸਾਲ ਹੋ ਗਏ ਮੈਂ ਹੀ ਲੰਕਦਾ ਫਿਰਦਾ, ਮੈਂ ਹੀ ਸਾਰਿਆਂ ਨੂੰ ਮਤਲਬ ਕਿ ਚਿੱਠੀਆਂ ਕੱਢੀ ਜਾਂਦਾ, ਮੈਂ ਹੀ ਲੈਟਰ ਕੱਢੀ ਜਾਂਦਾ। ਜੇ ਮੇਰੇ ਕੋਲੇ 3.5 ਲੱਖ ਰੁਪਇਆ ਹੋਵੇ, ਮੈਂ ਚੁੱਪ ਕਰਕੇ ਘਰੇ ਨਾ ਬਹਿ ਜਾ। ਮੈਨੂੰ ਕੀ ਲੋੜ ਆ? ਹੈਂਡੀਕੈਪਟ ਹੈਗਾ ਮੈਂ, ਐਵੇਂ ਚੱਕ ਕੇ ਆਪਦੇ ਕਾਗਜ਼ ਕਦੇ ਕਿਸੇ ਕੋਲ ਜਾਂਦਾ, ਕਦੇ ਕਿਸੇ ਕੋਲ ਜਾਂਦਾ, ਕਦੇ ਕਿਸੇ ਦੇ ਪੈਰ ਫੜਦਾ ਵੀ ਜਨਾਬ ਬਰਨਾਲੇ ਡਿਪੂ 'ਚ ਫਰਾਡ ਹੋਇਆ ਹੋਇਆ। ਫਿਰ ਮੈਂ ਜੇ ਮੰਨ ਲਓ ਮੈਂ ਹੀ ਦੋਸ਼ੀ ਹਾਂ, ਇਹਨਾਂ ਨੇ ਮਤਲਬ ਉਦੋਂ ਕੋਈ ਪੜਤਾਲ ਦੀ ਇੱਕ ਇਹਨਾਂ ਨੇ ਕਰਿਆ ਵੀ ਐਸਐਸਪੀ ਸਾਹਿਬ ਕੋਲੇ ਕਿਹਾ ਵੀ 12 ਰਿਮਾਈਂਡਰ ਸੀਗੇ ਸਾਲ ਦੇ ਵਿੱਚ। ਰਾਜਪਾਲ ਨੇ ਕਿਹਾ ਇਹ ਗੱਲ, ਸਾਡੇ ਕਲਰਕ ਆ ਮੁੰਡਾ, ਠੀਕ ਆ। 12 ਰਿਮਾਈਂਡਰ 2.5 ਸਾਲਾਂ 'ਚ ਭੇਜੇ ਇਹਨਾਂ ਨੇ। ਕੀ 2.5 ਸਾਲਾਂ ਦੇ ਵਿੱਚ ਮੇਰੇ ਖਿਲਾਫ ਇੱਕ ਵੀ ਕਾਗਜ਼ ਨਹੀਂ ਐਸਐਸਪੀ ਸਾਹਿਬ ਨੂੰ ਪੇਸ਼ ਕਰ ਸਕੇ? ਘੱਟੋ ਘੱਟ ਇੱਕ ਕਾਗਜ਼ ਤਾਂ ਕੱਢਦੇ ਮੇਰੇ ਖਿਲਾਫ ਵੀ ਭਾਈ ਆਹ ਪਿਆ ਪ੍ਰੂਫ, ਜਾਂ ਮੇਰੀ ਆਈਡੀ 'ਚੋਂ ਨਿਕਲਿਆ ਹੋਵੇ, ਜਾਂ ਮੰਨ ਕੇ ਚੱਲੋ ਜਿਵੇਂ ਇਹਨਾਂ ਨੇ ਕਿਹਾ ਵੀ 15 ਮਿੰਟਾਂ 'ਚ ਚੋਰੀ ਹੋਈ 8 ਵਜੇ ਵਾਲੇ 'ਚ, ਉਹ ਕਨਫਰਮ ਨਿਕਲਿਆ ਹੋਵੇ। ਜਿਹੜੀ ਸੁਪਰਵਾਈਜ਼ਰ ਆ ਉਹ ਤਾਂ ਕੁੜੀ ਕਹਿੰਦੀ ਆ ਕਿ ਵੀ ਐਂ ਕਰਕੇ ਟਾਈਮ ਨਿਕਲ ਹੀ ਨਹੀਂ ਸਕਦਾ। ਜਿਹੜੀ ਬੁਕਿੰਗ ਬ੍ਰਾਂਚ ਦੀ ਇੰਚਾਰਜ ਆ ਉਹ ਕਹਿੰਦੀ ਆ ਵੀ ਐਂ ਕਰਕੇ 7:45 ਤੋਂ 8 ਵਜੇ ਦੇ ਵਿੱਚ 15 ਮਿੰਟਾਂ 'ਚ ਚੋਰੀ ਹੋ ਗਈ। ਹੁਣ ਸੁਪਰਵਾਈਜ਼ਰ ਦੀ ਗੱਲ ਮੰਨੀਏ ਜਾਂ ਆਪਾਂ ਇੰਚਾਰਜ ਦੀ ਮੰਨੀਏ, ਮੈਨੂੰ ਪਹਿਲਾਂ ਤੋਂ ਹੀ ਪਤਾ ਵੀ ਮੈਂ ਕੁਛ ਚੱਕਿਆ ਨਹੀਂ ਤਾਂ ਮੈਂ ਕਿਤੇ ਨਾ ਕਿਤੇ ਤਾਂ ਦੋਸ਼ੀ ਵੈਸੇ ਹੀ ਨਿਕਲ ਜਾਣਾ ਜੇ ਮੇਰੇ ਕੋਲ ਪ੍ਰੂਫ ਨਾ ਵੀ ਹੁੰਦੇ। ਚੱਕਰ ਦਾ ਇਹ ਵੀ ਪੜਤਾਲ ਹੀ ਨਹੀਂ ਕੀਤੀ ਗਈ ਸਰ। 2.5 ਸਾਲ ਤੁਸੀਂ ਆਪ ਹੀ ਲਾ ਲਓ, ਇੱਕ ਤਜਰਬੇ ਨਾਲ ਹੀ ਲਾ ਲਓ, ਆਮ ਲੋਕਾਂ ਦੇ ਤਜਰਬੇ ਨਹੀਂ ਲਾ ਲਓ ਵੀ ਯਾਰ 2.5 ਸਾਲਾਂ 'ਚ ਯਾਰ ਕੇਸ ਨਹੀਂ ਸੋਲਵ ਹੋਇਆ। ਕਿੱਡੇ ਦੁੱਖ ਦੀ ਗੱਲ ਆ। ਪਰ ਉਹ ਇਹ ਵੀ ਤਾਂ ਕਹਿ ਰਹੇ ਨੇ ਜੀਐਮ ਸਾਹਿਬ, ਉਹ ਕਹਿੰਦੇ ਵੀ ਜਿਹੜਾ ਹੈਗਾ ਕੁਲਦੀਪ ਨੇ ਆਪ ਲਿਖ ਕੇ ਦਿੱਤਾ ਹੈ ਵੀ ਗਲਤੀ ਹੋਈ ਹੈ, ਤੇ ਤੁਸੀਂ ਜਦੋਂ ਖੁਦ ਮੰਨਦੇ ਹੋ ਕਹਿੰਦੇ ਫਿਰ ਵੀ ਜੇ ਤੁਸੀਂ ਬਾਥਰੂਮ ਕਰਨ ਵੀ ਜਾਂਦੇ ਹੋ ਉਸ ਟਾਈਮ ਦੇ ਵਿੱਚ ਕਿਸੇ ਨੂੰ ਛੱਡ ਕੇ, ਤਾਂ ਉਹ ਕਹਿੰਦੇ ਜੇ ਕੈਸ਼ੀਅਰ ਦੇ ਕੋਲ ਗੱਲੇ ਦੀ ਚਾਬੀ ਹੋਊਗੀ ਤਾਂ ਉਹ ਚਾਬੀ ਨੂੰ ਤਾਂ ਘੱਟੋ ਘੱਟ ਗੱਲੇ ਨੂੰ ਤਾਂ ਜੰਦਾ ਲਾ ਕੇ ਜਾਊਗਾ ਨਾ। ਸਰ ਇਹ ਗੱਲ ਵੀ ਹੈਗੀ ਆ, ਜੀਐਮ ਸਾਹਿਬ ਦੀ ਮਾਨਯੋਗ ਜੀਐਮ ਸਾਹਿਬ ਨੇ ਸਾਡੇ ਸਤਿਕਾਰਯੋਗ ਨੇ, ਅਸੀਂ ਰਹਿਣਾ ਵੀ ਆ, ਦੁਬਾਰੇ ਵੀ ਇਹਨਾਂ ਦੇ ਥੱਲੇ ਕੰਮ ਕਰਨਾ ਮੰਨਦੇ ਹਾਂ। ਮੈਂ ਇਸ ਚੀਜ਼ ਤਾਂ ਹੁਣ ਵੀ ਲੱਗੀ ਸੀ ਕਿਉਂਕਿ ਮੈਂ ਬ੍ਰਾਂਚ ਨੂੰ ਜਿੰਦਾ ਲਾ ਕੇ ਹੀ ਜਾਣ ਲੱਗਿਆ ਸੀ। ਬਟ ਜਦੋਂ ਪ੍ਰਦੀਪ ਉੱਥੇ ਆਉਂਦਾ, ਪ੍ਰਦੀਪ ਚਲੋ ਸਾਡੇ ਨਾਲ ਬ੍ਰਾਂਚ ਵੀ ਰਿਹਾ ਗਾ, ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ, ਚਲੋ ਇੱਕ ਛੋਟਾ ਜਿਹਾ ਭਰੋਸਾ ਹੁੰਦਾ ਜਿਵੇਂ ਆਪਾਂ ਕਹਿੰਦੇ ਹਾਂ, ਉਹ ਭਰੋਸੇ ਕਰਕੇ ਮੈਨੂੰ ਬਿਠਾਤਾ ਤੇ ਮੇਰੀ ਅਣਗਹਿਲੀ ਉੱਥੇ ਹੀ ਬਣੀ ਸੀ ਜਿੱਥੇ ਤੁਸੀਂ ਗਲਤੀ ਦੀ ਗੱਲ ਕਰਦੇ ਹੋ। ਗਲਤੀ ਨਾ ਮੈਂ ਉਦੋਂ ਮੰਨੀ ਆ, ਨਾ ਮੈਂ ਹੁਣ ਤੱਕ ਮੰਨੀ ਆ, ਕਿਉਂਕਿ ਮੇਰੇ ਕੋਲੇ ਕੁਛ ਨਾ ਕੱਲ੍ਹ ਸੀ ਨਾ ਕੁਛ ਅੱਜ ਆ। ਗਲਤੀ ਤਾਂ ਮੈਂ ਮੰਨ ਹੀ ਨਹੀਂ ਸਕਦਾ। ਅਣਗਹਿਲੀ ਜ਼ਰੂਰ ਮੈਂ ਜਵਾਬ ਤਲਬੀ 'ਚ ਵੀ ਅਣਗਹਿਲੀ ਲਿਖੀ ਆ ਤੇ ਹੁਣ ਵੀ ਅਣਗਹਿਲੀ ਕਹਿਣਾ ਜੇ ਉਸ ਟਾਈਮ 'ਚ ਹੋਈ ਆ, ਬਟ ਇਸ ਤੋਂ ਉਲਟੀ ਹੋ ਗਿਆ ਨਾ ਕੇਸ ਤਾਂ ਮੇਰੇ ਟਾਈਮ 'ਚ ਹੀ ਨਹੀਂ ਹੋਇਆ। ਜਦੋਂ ਫਿਰ ਤਾਂ ਭਾਵੇਂ ਮੈਂ ਬ੍ਰਾਂਚ 'ਚ ਬੈਠਾ ਸੀ ਭਾਵੇਂ ਨਹੀਂ ਸੀਗਾ, ਜਦੋਂ ਮੇਰੇ ਟਾਈਮ 'ਚ ਹੀ ਨਹੀਂ ਨਿਕਲ ਰਿਹਾ, ਕਨਫਰਮ ਹੀ ਨਹੀਂ ਹੋ ਰਿਹਾ ਵੀ ਇਹ ਟਾਈਮ 'ਚ ਹੋਇਆ ਜਾਂ ਨਹੀਂ ਹੋਇਆ, ਫਿਰ ਤਾਂ ਕਿਵੇਂ ਕਹਿ ਸਕਦੇ ਨੇ ਵੀ ਇਹ ਮੇਰੀ ਗਲਤੀ ਹੈ? ਤੁਹਾਡੇ ਟਾਈਮ ਦੇ ਵਿੱਚ ਮਸ਼ੀਨਾਂ ਕਿੱਥੇ ਸੀਗੀਆਂ ਜਦੋਂ ਜੇ ਨਹੀਂ ਨਿਕਲ ਰਿਹਾ ਤਾਂ ਉਹ ਕਿੱਥੇ ਸੀ?
ਮਸ਼ੀਨਾਂ ਸਰ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ। ਜਿਵੇਂ ਇਹਦੇ ਵਿੱਚ ਲਿਖੀ ਵੀ ਰਿਪੋਰਟ 'ਚ ਲਿਖਿਆ ਵੀ ਮੰਥਲੀ ਚੈਕਿੰਗ ਹੋਈ ਹੈ। ਮੈਂ 2.5 ਸਾਲ ਦਫ਼ਤਰ 'ਚ ਰਹਿ ਗਿਆ, ਨਾ ਕਦੇ ਰਣਜਿੰਦਰ ਕੌਰ ਮੈਡਮ ਨੇ ਮੰਥਲੀ ਚੈਕਿੰਗ ਕੀਤੀ ਹੈ, ਨਾ ਕਿਸੇ ਹੋਰ ਨੇ ਕੀਤੀ ਸੀ। ਦੇਖੋ ਪਹਿਲਾਂ ਤਾਂ ਉਸ ਗੱਲ ਦੇ ਵਿੱਚ ਹੀ ਮੈਂ ਮਤਲਬ ਕਿ ਆਬਜੈਕਸ਼ਨ ਲਾਉਣਾ ਵੀ ਉਹ ਚੀਜ਼ ਮੰਥਲੀ ਚੈਕਿੰਗ ਹੈ ਨਹੀਂ ਸੀ। ਫਿਰ ਦੂਜੀ ਗੱਲ ਹੈ ਵੀ 7:45 ਤੋਂ 8 ਵਜੇ ਦਾ ਟਾਈਮ ਆ ਗਿਆ, ਉੱਥੇ ਵੀ ਮੈਂ ਸਹੀ ਨਿਕਲ ਗਿਆ ਨਾ। ਜਦੋਂ ਟਾਈਮ ਹੀ ਨਹੀਂ ਨਾ ਤਾਂ ਹੁਣ ਤੱਕ ਨਹੀਂ ਨਿਕਲਿਆ, ਫਿਰ ਉਦੋਂ ਕਿਵੇਂ ਨਿਕਲ ਗਿਆ? ਠੀਕ ਹੈ, ਸੁਪਰਵਾਈਜ਼ਰ ਕਹਿ ਰਹੀ ਹੈ ਟਾਈਮ ਨਹੀਂ ਨਿਕਲਦਾ, ਫਿਰ ਮੈਂ ਉੱਥੇ ਵੀ ਚੁੱਪ ਕਰਕੇ ਵੀ ਸਿੱਧੀ ਜੀ ਤਰੀਕਾ ਗਾ ਵੀ ਮੈਂ ਬਰੀ ਹੋ ਰਿਹਾ। ਫਿਰ ਦੂਜੀ ਗੱਲ ਜਿਹੜਾ ਦੂਜਾ ਪ੍ਰੂਫ ਆਗਾ ਉਹਦੇ ਵਿੱਚ ID ਸ਼ੋ ਹੋ ਰਹੀ ਹੈ, ਸਾਰਾ ਕੁਝ ਪ੍ਰੂਫ ਨਿਕਲ ਰਿਹਾ ਵੀ ਐਂ ਕਰਕੇ ਇੰਨੇ ਆਹ ਮਸ਼ੀਨ ਨੰਬਰ ਆ ਵੇਬਲ ਨੰਬਰ ਹੈ ਆਹ ਮਤਲਬ ਪਾਰਟ ਨੰਬਰ ਆ ਐਕਟਿਵ ਕਰਕੇ ਦਿੱਤੀ ਗਈ ਆ, ID ਨਿਕਲਿਆ ਹੀ। ਫਿਰ ਮੈਂ ਉੱਥੇ ਵੀ ਬੇਕਸੂਰ ਸਾਬਤ ਹੋ ਜਾਣਾ। ਜਦੋਂ ਟਾਈਮ ਹੀ ਨਹੀਂ ਨਿਕਲ ਰਿਹਾ ਫਿਰ ਇਹ ਉਸ ਟਾਈਮ ਦੇ ਵਿੱਚ ਵੀ ਮਤਲਬ ਕਿ ਮੈਨੂੰ ਕਿਵੇਂ ਦੋਸ਼ੀ ਬਣਾ ਸਕਦੇ ਆ? ਦੋਸ਼ੀ ਤਾਂ ਮੈਂ ਉਦੋਂ ਵੀ ਨਹੀਂ ਬਣਿਆ। ਇਹ ਵੀ ਚੀਜ਼ ਆਉਂਦੀ ਹੈ ਸਰ। ਸੋ ਬਿਲਕੁਲ ਜਿਹੜਾ ਇੱਕ ਗੱਲ ਹੋਰ ਦੇਖਣ ਵਾਲੀ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਇਨਕੁਆਇਰੀਆਂ ਅਜਿਹੀਆਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਬਹੁਤ ਕੇਸ ਅਜਿਹੇ ਵੀ ਨੇ ਵੀ ਇਨਕੁਆਇਰੀਆਂ ਚੱਲ ਰਹੀਆਂ ਏ ਪਰ ਜਿਨ੍ਹਾਂ ਦੇ ਨਾਮ ਦਿੱਤੇ ਗਏ ਨੇ ਨਾਮਜ਼ਦ ਨੇ ਜਿਹੜੇ ਲੋਕ ਉਹ ਨਾਲ ਨੌਕਰੀ ਵੀ ਕਰ ਰਹੇ ਨੇ। ਪਰ ਇਸ ਕੇਸ ਦੇ ਵਿੱਚ ਬਿਲਕੁਲ ਇਹ ਦੇਖਿਆ ਜਾ ਰਿਹਾ ਵੀ ਜਿਹੜੀ ਹਜੇ ਤੱਕ ਇਹ ਨਹੀਂ ਸਪਸ਼ਟ ਹੋ ਸਕਿਆ ਵੀ ਸੱਚਮੁੱਚ ਦੋਸ਼ੀ ਇਹੀ ਹੈ, ਕਿਉਂਕਿ ਉੱਤੇ ਫਾਈਲ ਜਾਂਦੀ ਹੈ ਹੁਣ ਕੁਲਦੀਪ ਸਿੰਘ ਹੋਰਾਂ ਦੀ, ਹੋਰ ਅੱਗੇ ਚਲੇ ਜਾਂਦੀ ਹੈ ਜਿਵੇਂ ਮੈਨੇਜਰ ਸਾਹਿਬ ਵੀ ਕਹਿ ਰਹੇ ਨੇ MP ਸਿੰਘ। ਤਾਂ ਜਦੋਂ ਇਹ ਬੰਦੇ ਨੂੰ ਹਲੇ ਤੱਕ ਦੋਸ਼ੀ ਨਹੀਂ ਪਾਇਆ ਗਿਆ ਤਾਂ ਇਹ ਕੱਢਿਆ ਕਿਉਂਕਿ ਰਾਜਾ ਵੜਿੰਗ ਇਹ ਕਹਿੰਦੇ ਵੀ 1-2 ਦਿਨ ਦੇ ਵਿੱਚ ਕੇਸ ਸੋਲਵ ਕਰਦੇ ਆ। ਸੋ ਵੜਿੰਗ ਸਾਹਿਬ ਲੋਕਾਂ ਨੂੰ ਇਹ ਵੀ ਉਮੀਦ ਹੈ ਵੀ ਇਹ ਜਿਹੜੀ ਸਰਕਾਰ ਹੈ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ, ਪਰ ਜਦੋਂ ਗੱਲਾਂ ਕੁਝ ਹੁੰਦੀਆਂ ਤੇ ਕੰਮ ਕੁਝ ਹੋਰ ਦਿਖਾਈ ਦਿੰਦੇ ਆ ਜਾਂ ਫਿਰ ਇਹ ਸਮਝੀਏ ਵੀ ਵੜਿੰਗ ਸਾਹਿਬ ਤੁਹਾਡੇ ਹੁਕਮਾਂ ਨੂੰ ਟਿੱਚ ਜਾਣਿਆ ਜਾ ਰਿਹਾ। ਜਿਵੇਂ ਪਹਿਲਾਂ ਗੱਲਾਂ ਹੋਈਆਂ ਵੀ ਕੈਪਟਨ ਅਮਰਿੰਦਰ ਸਿੰਘ ਤੱਕ ਅਫਸਰਾਂ ਦੇ ਨਾਲ ਬੈਠ ਕੇ ਪਾਰਟੀਆਂ ਕਰਦੇ ਨੇ, ਉਹਨਾਂ ਨੂੰ ਤਾਂ ਅਫਸਰ ਨਹੀਂ ਜਾਣਦੇ ਜੀ, ਬਹੁਤ ਭ੍ਰਿਸ਼ਟਾਚਾਰੀ ਹੈ ਜਾਂ ਬਹੁਤ ਰਿਸ਼ਵਤਖੋਰੀ ਹੋਈ ਪਈ ਹੈ। ਤਾਂ ਹੁਣ ਇਹ ਮੰਨੀਏ ਵੀ ਰਾਜਾ ਵੜਿੰਗ ਜੀ ਦੇ ਵੀ ਹੁਕਮਾਂ ਨੂੰ ਜਿਹੜੇ ਹੈਗੇ ਅਫਸਰ ਟਿੱਚ ਜਾਣ ਰਹੇ ਨੇ। ਇਸ ਕਰਕੇ 15 ਦਿਨ ਪਹਿਲਾਂ ਜਿਹੜੀ ਗੱਲ 1-2 ਦਿਨਾਂ ਲਈ ਕਹੀ ਜਾਂਦੀ ਹੈ, ਅੱਜ ਉਹ 15 ਦਿਨ ਬਾਅਦ ਵੀ ਉਹਦਾ ਰਿਜ਼ਲਟ 0 ਹੈ, 0। ਅਤੇ ਇੱਕ ਹੋਰ GM ਸਾਹਿਬ ਨੇ ਗੱਲ ਕਹੀ ਹੈ, ਉਹ ਕਹਿੰਦੇ ਵੀ ਜੇ ਠੀਕ ਹੈ ਤੁਹਾਨੂੰ ਲੱਗਦਾ ਵੀ ਮੇਰੀ ਇਨਕੁਆਇਰੀ ਗਲਤ ਹੋ ਰਹੀ ਹੈ ਜਾਂ ਨਹੀਂ ਹੋਈ, ਫਿਰ ਤੁਸੀਂ MD ਸਾਹਿਬ ਦੇ ਕਿਉਂ ਨਹੀਂ ਵੜ ਰਹੇ? MD ਸਾਹਿਬ ਨੂੰ ਮਿਲੋ ਜਾ ਕੇ। ਹਾਂ ਸਰ, ਇਹ ਨਾ ਮੇਰੇ ਤੋਂ ਪਹਿਲਾਂ ਵੀ ਗਲਤੀ ਰਹਿ ਗਈ ਸੀ ਇੰਟਰਵਿਊ 'ਚ, ਮੈਥੋਂ ਉੱਥੇ ਕਲੀਅਰ ਨਹੀਂ ਕਰੀ ਗਈ ਸੀ ਇਹ ਗੱਲ। ਇਹ ਕੀ ਕੇਸ ਸੀਗਾ ਨਾ ਸਰ, ਇਹ ਮਤਲਬ ਕਿ ਮਾਣਯੋਗ MD ਸਾਹਿਬ ਸ਼ਾਇਦ ਮਨਜੀਤ ਸਿੰਘ ਨਾਰੰਗ ਸਾਹਿਬ ਦੇ ਆਰਡਰ ਨੇ ਇਹ ਵੀ ਜਿਹੜਾ ਕੱਚਾ ਬੰਦਾ ਗਾ ਠੇਕੇਦਾਰ ਦੇ ਥਰੂ ਹੀ ਬੰਦਾ MD ਸਾਹਿਬ ਨੂੰ ਮਿਲ ਸਕਦਾ। ਜਿੱਥੇ ਤਾਂ ਆਪਾਂ ਉੱਦਾਂ ਮਿਲਣ ਦੀ ਗੱਲ ਕਰਦੇ ਹਾਂ ਉੱਦੇ ਤਾਂ ਦੇਖੋ ਆਫਿਸਰ ਆ ਸਾਰਿਆਂ ਨੂੰ ਮਿਲ ਸਕਦੇ ਆ, ਅਸੀਂ ਵੀ ਤਾਂ ਉਹਨਾਂ ਦੇ ਮੁਲਾਜ਼ਮਾਂ ਬੱਚਾ ਉਹਨਾਂ ਦੇ ਅਸੀਂ ਮਿਲ ਸਕਦੇ ਹਾਂ, ਅਸੀਂ ਵੀ ਮਿਲ ਸਕਦੇ ਹਾਂ, ਕੋਈ ਵੀ ਵਰਕਰ ਮਿਲ ਸਕਦਾ, ਬਟ ਇਕੱਲਾ ਉਹ ਮਿਲਣ ਤੱਕ ਹੀ ਸੀਮਿਤ ਰਹਿ ਜਾਂਦਾ। ਕਿਉਂਕਿ ਗੁਰਲਵਲੀਨ ਸਿੰਘ ਸਿੱਧੂ ਸਾਹਿਬ ਸੀ, ਉਹਨਾਂ ਦੀ ਵੀ ਮੇਰੇ ਕੋਲੇ ਮਾਰਕ ਵਾਲੀ ਪਈ ਹੈਗੀ, ਉਹ ਵੀ ਉੱਥੇ ਹੀ ਰਹਿ ਗਈਆਂ ਗੱਲਾਂ, ਪੜਤਾਲ ਹੋਈ ਨਹੀਂ। ਜਸਕਰਨ ਸਾਹਿਬ ਵਾਲਾ ਸੀ, ਉਹ ਵੀ ਉੱਥੇ ਹੀ ਰਹਿ ਗਿਆ, ਪੜਤਾਲ ਹੋਈ ਨਹੀਂ। ਠੀਕ ਆ, ਇਹ ਮਾਣਯੋਗ MD ਸਾਹਿਬ ਹੁਣ ਨੇ ਪ੍ਰਨੀਤ ਕੌਰ ਜੀ ਨੇ, ਇਹਨਾਂ ਨੂੰ ਮੈਂ ਦੇਖਦਾ ਵੀ ਮਿਲ ਕੇ ਆਊਂਗਾ, ਲਾਜ਼ਮੀ ਮਿਲ ਕੇ ਆਊਂਗਾ। ਅਤੇ ਜਿਹੜੀ ਗੱਲ ਰਹਿ ਗਈ ਮਤਲਬ ਜਿਹੜੇ ਹਿਸਾਬ ਨਾਲ GM ਸਾਹਿਬ ਨਾਲ ਤੁਸੀਂ ਗੱਲ ਕਰੀਏ ਵੀ ਸਹੀ ਤਰੀਕੇ ਨਾਲ, ਸਹੀ ਤਰੀਕਾ ਇਹ ਆ ਵੀ ਦਫ਼ਤਰ ਮੈਨੂੰ ਲਿਖ ਕੇ ਦਊਗਾ ਵੀ ਐਂ ਕਰਕੇ ਕਲੀਅਰਨੈਸ ਚਿੱਟ ਬੋਲਦੇ ਆ ਸਾਡੇ, ਉਹ ਮੈਂ ਠੇਕੇਦਾਰ ਕੋਲੇ ਲੈ ਜਾਊਂ, ਠੇਕੇਦਾਰ ਮੈਨੂੰ ਸਹਿਮਤੀ ਲੈਟਰ ਦਊ, ਸਹਿਮਤੀ ਲੈਟਰ ਮੈਂ MD ਸਾਹਿਬ ਕੋਲੇ ਲੈ ਕੇ ਜਾਊਂ, ਉਹ ਅਪੀਲ ਆ। ਠੀਕ ਹੈ ਨਾ ਜੀ, ਉਹ ਅਪੀਲ ਆ। ਜਦੋਂ ਕਿ ਇਸ ਦੇ ਉਲਟ ਹੁੰਦਾ, ਮੈਂ ਲੈਟਰ ਤਾਂ ਭੇਜਦਾ ਵੀ ਮਾਣਯੋਗ MD ਸਾਹਿਬ ਅਤੇ ਚੇਅਰਮੈਨ ਸਾਹਿਬ ਨੂੰ ਵੀ ਇਸ ਕੇਸ ਦੀ ਪੜਤਾਲ ਕਰੋ। ਠੀਕ ਹੈ, ਇਹ ਅਪੀਲ ਨਹੀਂ ਬਣ ਜਾਂਦੀ ਜੇ ਆਪਾਂ ਕਿਸੇ ਕਾਗਜ਼ 'ਤੇ ਲਿਖ ਕੇ ਦਿੱਤਾ ਵੀ ਜਨਾਬ ਮੈਨੂੰ ਬਹਾਲ ਕਰੋ, ਮੈਨੂੰ ਇਹ ਕਰੋ ਉਹ ਕਰੋ, ਉਹ ਅਪੀਲ ਥੋੜ੍ਹੀ ਨਾ ਹੋ ਜਾਂਦੀ ਆ। ਅਪੀਲ ਤਾਂ ਉਹੀ ਆ ਸਰ ਜਿਹੜੀ ਠੇਕੇਦਾਰ ਦੇ ਥਰੂ ਜਾਊ। ਇਹਨਾਂ ਨੇ ਜਦੋਂ ਤੁਹਾਨੂੰ ਉਹਨਾਂ ਨੇ ਨੌਕਰੀਓਂ ਹੀ ਲਾਇਆ ਹੋਇਆ ਏ ਤਾਂ ਤੁਹਾਡਾ ਤਾਂ ਕੋਈ ਉਹ ਰਹਿੰਦਾ ਹੀ ਨਹੀਂ ਹੈ ਵੀ ਤੁਸੀਂ ਠੇਕੇਦਾਰ ਦੇ ਥਰੂ ਮਿਲਣਾ ਉਹਨਾਂ ਨੂੰ ਜਾ ਕੇ ਜਾਂ ਨਹੀਂ, ਤੁਸੀਂ ਡਾਇਰੈਕਟ ਮਿਲੋ। MD ਸਾਹਿਬ GM ਸਾਹਿਬ ਤਾਂ ਮੈਨੂੰ ਇੱਥੇ ਤੋਂ ਕਹਿੰਦੇ ਆ ਵੀ ਉਹ ਕਹਿੰਦੇ ਕੋਈ ਬੰਦਾ ਜਿਹਾ ਹੈ ਹੀ ਨਹੀਂ ਵੀ ਜਿਹਨੂੰ MD ਪਿੱਛੇ ਮੋੜਦਾ ਹੋਵੇ। ਨਹੀਂ ਸਰ, MD ਸਾਹਿਬ ਐਵੇਂ ਸਤਿਕਾਰਯੋਗ ਨੇ, ਕੋਈ ਵੀ ਨਹੀਂ ਮੋੜਦਾ। ਗੱਲ ਇਹ ਤਾਂ ਦੇਖੋ ਇੱਕ ਪੁਆਇੰਟ ਬਣਾਇਆ ਜਾ ਰਿਹਾ, ਇਹ ਨਾ ਤਾਂ ਅੱਜ ਸੀ ਗੱਲ ਨਾ ਕੱਲ੍ਹ ਸੀ, ਨਾ ਮੈਂ ਇਹ ਗੱਲ ਕਹੀ ਆ ਵੀ MD ਸਾਹਿਬ ਮੈਨੂੰ ਮਿਲ ਨਹੀਂ ਰਹੇ ਜਾਂ ਮੈਨੂੰ ਮਤਲਬ ਕਿ ਉਹਨਾਂ ਨੇ ਜਵਾਬ ਦਿੱਤਾ ਮਿਲਣ ਨੂੰ, ਇਹ ਤਾਂ ਗੱਲ ਨਾ ਕੱਲ੍ਹ ਕਹੀ ਆ ਨਾ ਮੈਂ ਅੱਜ ਕਹਿਣਾ। ਬਟ ਜਿਹੜਾ ਇਹ ਕਾਨੂੰਨੀ ਤੌਰ 'ਤੇ ਕਹਿੰਦੇ ਨੇ, ਕਾਨੂੰਨੀ ਤੌਰ 'ਤੇ ਤਾਂ ਡੀਪੂ ਦੇ ਥਰੂ ਮੈਂ ਠੇਕੇਦਾਰ ਕੋਲੇ ਜਾਊਂ, ਠੇਕੇਦਾਰ ਦੇ ਥਰੂ MD ਸਾਹਿਬ ਕੋਲੇ ਜਾਊਂ, ਉਹਨੂੰ ਸਾਡੇ ਅਪੀਲ ਬੋਲਦੇ ਆ, ਫਿਰ ਇਹ ਪੜਤਾਲ ਕਰਦੇ ਆ ਉੱਤੇ। ਕਹਿਣ ਤੋਂ ਭਾਵੇਂ ਸਿੱਧੇ ਤੌਰ 'ਤੇ ਇਹ ਕਹਿ ਰਿਹਾ, ਉਹ ਅਪੀਲ ਮੇਰੀ ਲੱਗਣ ਨਹੀਂ ਦਿੱਤੀ ਜਾ ਰਹੀ, ਆਹ ਅਪੀਲਾਂ ਮੇਰੀਆਂ ਰੱਦ ਕਰਾਈਆਂ ਜਾ ਰਹੀਆਂ। ਅਪੀਲਾਂ ਨਹੀਂ ਕਹੂੰਗਾ ਮੈਂ, ਤੇ ਬੇਨਤੀ ਪੱਤਰ ਹੀ ਕਹੂੰਗਾ, ਆਹ ਮੇਰੀਆਂ ਬੇਨਤੀ ਪੱਤਰ ਰੱਦ ਕਰਾਏ ਜਾ ਰਹੇ ਆ। ਤਾਂ ਫਿਰ ਮੈਂ ਕਰਾਂ ਕੀ? ਡੀਪੂ ਦੇ ਥਰੂ ਮੈਂ ਆ ਨਹੀਂ ਸਕਦਾ, ਸਿੱਧਾ ਮੈਂ ਕੋਈ ਦੇ ਨਹੀਂ ਸਕਦਾ, ਫਿਰ ਮੈਂ ਕਰਾਂ ਕੀ? ਮੇਰੀ ਪੜਤਾਲ ਹੋਊ ਕਿਵੇਂ? ਮੈਂ ਕਿਹੜੇ ਹਿਸਾਬ ਨਾਲ ਦੱਸਾਂ ਯਾਰ ਵੀ ਮੈਂ ਬੇਕਸੂਰ ਆ? ਜਦੋਂ ਤੁਸੀਂ ਇੱਕ ਵਾਰ ਤੁਹਾਨੂੰ ਤੁਹਾਡੇ ਸਾਹਮਣੇ ਕਹਿ ਕੇ ਵੀ ਸੋਮਵਾਰ ਨੂੰ ਮਿਲਣਾ,
ਉਹ ਮੰਗਲਵਾਰ ਨੂੰ ਮਿਲ ਲੈਂਦੇ ਨੇ, ਹੁਣ ਤੱਕ ਤੁਹਾਡਾ ਨਹੀਂ ਹੱਲ ਹੋ ਰਿਹਾ, ਤਾਂ ਰਾਜਾ ਵੜਿੰਗ ਨੂੰ ਦੁਬਾਰਾ ਕਿਉਂ ਨਹੀਂ ਮਿਲਦੇ ਤੁਸੀਂ? ਵੜਿੰਗ ਸਾਹਿਬ ਨੂੰ ਮਿਲਣਾ ਤਾਂ ਜੀ ਦੇਖੋ ਪਹਿਲਾਂ ਵੀ ਮੇਰੀ ਖਾਤਰ ਮੁਸ਼ਕਿਲ ਹੀ ਸੀ, ਹੁਣ ਵੀ ਮੁਸ਼ਕਿਲ ਹੀ ਹੈ ਜੇ ਮੈਂ ਕਹਾਂ, ਹੈ ਨਾ। ਤੇ ਪਹਿਲਾਂ ਵੀ ਬਸ ਮੀਡੀਆ ਥਰੂ ਹੀ ਮਿਲਿਆ ਗਿਆ ਸੀ, ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਨੇ ਆਪ ਕਨੈਕਟ ਕੀਤਾ ਸੀ, ਠੀਕ ਹੈ ਨਾ ਜੀ। ਜੇ ਮੈਂ ਅੱਜ ਕਹਾਂ ਮੈਂ ਅੱਜ ਫੋਨ ਲਾ ਕੇ ਉਹਨਾਂ ਨਾਲ ਗੱਲ ਕਰ ਲੂੰ ਤਾਂ ਇਹ ਮੇਰਾ ਖਿਆਲ ਹੈ ਵੀ ਇੰਪੋਸੀਬਲ ਹੋ ਨਹੀਂ ਸਕਦਾ। ਤੇ ਅੱਜ ਸ਼ਾਇਦ ਤੁਹਾਡੀ ਵੀਡੀਓ ਕਰਕੇ ਵੀ ਹੋ ਸਕਦਾ ਵੜਿੰਗ ਸਾਹਿਬ ਦੁਬਾਰਾ ਇਸ ਗੱਲ ਤੇ ਗੌਰ ਕਰਨ ਵੀ ਹਜੇ ਕੇਸ ਦਾ ਫੈਸਲਾ ਹੋਇਆ ਨਹੀਂ ਕੋਈ। ਮੈਂ ਬੇਨਤੀ ਵੀ ਕਰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੜਿੰਗ ਸਾਹਿਬ ਨੂੰ ਵੀ ਤੁਸੀਂ ਇੱਕ ਐਡਾ ਵੱਡਾ ਭਰੋਸਾ ਬਣਾ ਲਿਆ ਪੀਆਰਟੀਸੀ ਦੇ ਵਰਕਰਾਂ ਤੇ, ਖਾਸ ਕਰਕੇ ਕੱਚੇ ਵਰਕਰਾਂ ਤੇ, ਠੀਕ ਹੈ ਨਾ ਜੀ। ਪੱਕੇ ਵਰਕਰਾਂ ਦੇ ਤਾਂ ਮਹਿਕਮਾ ਹੀ ਬਹੁਤ ਕਰ ਦਿੰਦਾ ਪੱਖ, ਕੱਚੇ ਵਰਕਰਾਂ ਤੇ ਮਤਲਬ ਬਹੁਤ ਵੱਡਾ ਭਰੋਸਾ ਇੱਕ ਹੁਣ ਇਸ ਟਾਈਮ ਹੈਗਾ ਗਾ ਵੜਿੰਗ ਸਾਹਿਬ ਤੇ। ਵੀ ਮੇਰੀ ਬੇਨਤੀ ਹੈ ਵੀ ਇਹ ਕੇਸ ਨੂੰ ਹਜੇ ਵੀ ਕੱਚੇ 'ਚ ਨਾ ਲਿਆ ਜਾਵੇ, ਕਿਉਂਕਿ ਪੁਆਇੰਟ ਬਣਾ ਕੇ ਕਿਸੇ ਵੀ ਤਰੀਕੇ ਨਾਲ ਹੋਰ ਵੀ ਤਰੀਕੇ ਨਾਲ ਮਤਲਬ ਕਿ ਵੀ ਕਰ ਸਕਦੇ ਨੇ। ਵੀ ਮੇਰੀ ਬੇਨਤੀ ਆ ਵੀ ਇਹਨੂੰ ਕੇਸ ਨੂੰ ਹਜੇ ਸੌਖੇ ਤਰੀਕੇ ਨਾਲ ਲਿਆ ਨਾ ਜਾਵੇ ਜਿੰਨਾ ਚਿਰ ਇਹਦਾ ਫੈਸਲਾ ਨਹੀਂ ਹੁੰਦਾ ਕੋਈ। ਜੇ ਮੰਨ ਲਓ ਤੁਹਾਡੇ ਹੱਕ ਦੇ ਵਿੱਚ ਫੈਸਲਾ ਹੋ ਜਾਂਦਾ ਤਾਂ ਜਿਹੜੇ ਅਫਸਰਾਂ ਦੇ ਕਰਕੇ ਤੁਹਾਨੂੰ 2.5 ਸਾਲ ਇਹ ਚੀਜ਼ ਝੱਲਣੀ ਪਈ ਹੈ, ਬੱਚਿਆਂ ਵਾਲੇ ਹੋ ਤੁਸੀਂ? ਜੀ ਜੀ, 2 ਬੱਚੇ ਨੇ ਜੀ ਮੇਰੇ। ਤੇ ਜੇ ਤੁਹਾਨੂੰ ਇਹ ਪਰੇਸ਼ਾਨੀ ਝੱਲਣੀ ਪਈ ਆ ਫਿਰ ਉਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਦਾ ਜੀ ਦੇਖੋ ਜਿਹੜਾ ਤਾਂ ਹੁਣ ਇਹਨਾਂ ਨੇ ਧੱਕਾ ਕਰਿਆ ਉਹਦੀ ਤਾਂ ਦੇਖੋ ਕਾਰਵਾਈ ਇਹ ਆਪੇ ਕਰ ਦੇਣ, ਸਾਡੇ ਦਾ ਸਤਿਕਾਰਯੋਗ ਆ ਜੀ। ਦੇਖੋ ਕੱਲ੍ਹ ਨੂੰ ਵੀ ਜੇ ਮੈਂ ਕੁਛ ਕਿਤੇ ਨਾ ਕਿਤੇ, ਵੈਸੇ ਤਾਂ ਮੈਂ ਨੌਕਰੀ ਦਾ ਇੰਟਰਸਟ ਰੱਖਦਾ ਨਹੀਂ ਇਹ 'ਚ, ਕਿਉਂਕਿ ਇਹ ਬਹੁਤ ਹੋਰ ਤਰ੍ਹਾਂ ਦਾ ਡਿਪਾਰਟਮੈਂਟ ਆ। ਕਿਉਂਕਿ ਇੱਕ ਕਿ ਮੀਡੀਆ 'ਚ ਆਉਣ ਕਰਕੇ ਸਾਰੇ ਹੀ ਮੇਰੇ ਖਿਲਾਫ ਹੋਣਗੇ, ਜਿਹੜੇ ਅਫਸਰ ਹੋਣਗੇ 100% ਹੋਣਗੇ, ਪਰ ਫਿਰ ਵੀ ਮੇਰੇ ਸਤਿਕਾਰਯੋਗ ਨੇ, ਵੱਡੇ ਨੇ, ਠੀਕ ਹੈ ਨਾ। ਸਾਡੇ ਤਾਂ ਪਿਓਾਂ ਸਮਾਨ ਹੁੰਦਾ GM, ਠੀਕ ਹੈ ਨਾ। ਨੌਕਰੀ ਤਾਂ ਇਹਨਾਂ ਨੇ ਵੈਸੇ ਵੀ ਮੈਨੂੰ ਲੱਗਦਾ ਵੀ ਕਰਨ ਨਹੀਂ ਦੇਣੀ, ਤੇ ਪਰ ਜੋ ਵੀ ਕਾਰਵਾਈ ਕਰਨੀ ਉਹ ਮਹਿਕਮਾ ਕਰਦਾ ਕਰੇ, ਮੈਨੂੰ ਕੋਈ ਨਹੀਂ ਹੈਗਾ ਵੀ ਮੈਂ ਇਹਨਾਂ 'ਤੇ ਕੋਈ ਕਾਰਵਾਈ ਕਰਾਂ ਜੀ। ਤੇ ਅਗਲਾ ਐਕਸ਼ਨ ਕੀ ਹੋਊਗਾ ਜੇ ਤੁਹਾਨੂੰ ਤੁਹਾਡੇ 'ਚ ਇਹ ਨਹੀਂ ਮਤਲਬ ਕਿ ਹਲੇ ਤੱਕ ਕੋਈ ਰਿਜ਼ਲਟ ਆਉਂਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੈ? ਐਕਸ਼ਨ ਤਾਂ ਜੀ ਹੁਣ ਬਸ ਇਕੱਲੀ ਸੁਸਾਈਡ ਹੀ ਰਹਿ ਗਈ। ਪਹਿਲਾਂ ਵੀ 2.5 ਸਾਲ ਬਾਅਦ ਮਰਦੇ ਘੁੱਟਦਿਆਂ ਨੇ ਕੱਢ ਲਿਆ ਟਾਈਮ, ਹੁਣ ਤਾਂ ਬਸ ਇੱਕੋ ਹੀ ਹੱਲ ਰਹਿ ਗਿਆ। ਹੋਰ ਤਾਂ ਹੁਣ ਜੇ ਸ਼ਾਇਦ GM ਸਾਹਿਬ ਨੂੰ ਕੋਈ ਤਸੱਲੀ ਹੋ ਜੇ ਵੀ ਇਹ ਬੰਦਾ ਸੱਚਾ ਸੀ ਯਾਰ, ਆਪਾਂ ਸੱਚਾ ਬੰਦਾ ਮਾਰ ਲਿਆ, ਹੁਣ ਕੋਈ ਕਸਰ ਰਹੀ ਤਾਂ ਹੈ ਨਹੀਂ। ਨਹੀਂ ਰੋਣਾ ਨਹੀਂ ਹੈ ਵੀਰ, ਉਹ ਨਹੀਂ ਭਰਾ, ਇਹ ਹੱਲ ਨਹੀਂ ਹੈਗੇ। ਆਪਾਂ ਚਲੋ ਬੱਚਿਆਂ ਵਾਲੇ ਹੋ ਤੁਸੀਂ, ਪਰ ਮੈਂ ਇੱਕ ਗੱਲ ਜ਼ਰੂਰ ਦੇਖਣੀ ਚਾਹੁੰਦਾ, ਇੱਕ ਤਾਂ ਯਾਰ ਹੈਂਡੀਕੈਪਡ ਬੰਦਾ, ਤੇ ਦੂਜਾ ਗੱਲ ਇਹ ਖੁਦ ਚੈਨਲਾਂ ਦੇ ਨਾਲ ਫੋਨ ਕਰਕੇ ਮੈਨੂੰ ਵੀਰ ਨੇ ਬਰਨਾਲੇ ਤੋਂ ਫੋਨ ਕੀਤਾ, ਰੋਪੜ ਆਇਆ ਉਹ ਬਰਨਾਲੇ ਤੋਂ ਸਵੇਰੇ ਟ੍ਰੇਨ ਤੇ ਚੱਲ ਕੇ 8:30 ਵਜੇ। ਤੇ ਜਿਹੜਾ ਦੋਸ਼ੀ ਹੋਊਗਾ ਅਗਲਾ ਕਹਿੰਦਾ ਯਾਰ ਇੱਕ ਕੰਮ ਦੇ ਵਿੱਚ ਮੈਂ ਫਸ ਗਿਆ, ਵੀ ਠੀਕ ਹੈ ਹੁਣ ਹੋਰ ਨੌਕਰੀ ਦੇਖ ਲੈਂਦੇ, ਉਹ ਇਕੱਲਾ ਹੀ ਫਿਰੀ ਜਾਂਦਾ। ਔਰ ਮੈਨੂੰ ਆ ਕੇ ਵੀ ਕਿਹਾ ਸੀ ਨਾ ਵੀਰ ਨੇ ਵੀ ਬਾਈ ਜੀ ਜੇ ਮੈਂ ਦੋਸ਼ੀ ਹਾਂ ਤਾਂ ਮੈਂ ਯਾਰ ਹਰੇਕ ਦਾ ਦਰਵਾਜ਼ਾ ਕਿਉਂ ਖੜਕਾਈ ਜਾਂਦਾ, ਕਦੇ ਮੈਂ ਮੁੱਖ ਮੰਤਰੀ ਨੂੰ ਚਿੱਠੀਆਂ ਪਾਈ ਜਾਂਦਾ, ਕਦੇ ਵੜਿੰਗ ਸਾਹਿਬ ਦੇ ਨੂੰ ਕਹੀ ਜਾਂਦਾ, ਕਦੇ ਕਿਸੇ ਨੂੰ ਕਹੀ ਜਾਂਦਾ। ਤੇ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ। ਉਹ ਇਹ ਸਾਰੇ ਸਬੂਤ ਕੀ ਹੈਗਾ ਇਹਦੇ ਵਿੱਚ? ਇਹਦੇ ਸਰ ਆਰਟੀਆਈਆਂ ਨੇ ਜੀ, ਆਰਟੀਆਈਆਂ ਦੇ ਵਿੱਚ ਵੀ ਇਹਨਾਂ ਨੇ ਕਨਫਰਮ ਨਹੀਂ ਦਿੱਤਾ ਹੋਇਆ ਵੀ ਇਹ 'ਚ ਦੋਸ਼ੀ ਕੌਣ ਆ, ਕਸੂਰਵਾਰ ਕੌਣ ਆ। ਤੇ ਕਈ ਆਰਟੀਆਈਆਂ ਨੇ ਤੇ ਮਾਨਯੋਗ ਮੰਤਰੀ ਸਾਹਿਬਾਂ ਨੂੰ ਲੈਟਰ ਕੱਢੇ ਹੋਏ ਨੇ। ਆ ਮੇਰੀ ਸਾਰੀ ਫਾਈਲ ਹੈ ਜੀ, ਜਿਹੜਾ ਇਹਨਾਂ ਨੇ ਮਤਲਬ ਕਿ ਇੱਕ ਚਿੱਠਾ ਕਹੂੰਗਾ ਵੀ ਚਿੱਠਾ ਬਣਾਇਆ ਹੋਇਆ, ਜਿਹ 'ਚ ਲਿਖਿਆ ਹੋਇਆ ਵੀ SSP ਸਾਹਿਬ ਨੂੰ ਵੀ ਲੈ ਬੰਦਾ ਸੁਸਾਈਡ ਕਰਨ ਨੂੰ ਤਿਆਰ ਆ, ਵੀ ਸਾਡਾ ਨਹੀਂ ਇਹ 'ਚ ਕੋਈ ਨਾ ਆਉਣਾ ਚਾਹੀਦਾ। ਜਾਂ ਫਿਰ ਸਰਪੰਚ ਸਾਹਿਬ ਦਾ ਲਿਖ ਰੱਖਿਆ ਵੀ ਪੰਚਾਇਤ ਆਈ, ਪੰਚਾਇਤ ਦੇ ਸਾਹਮਣੇ ਪੈਰੀ ਹੱਥ ਲਾਏ। ਹਾਂ, ਇੱਕ ਹੋਰ ਇਹ ਗੱਲ ਵੀ ਦੱਸੋ ਮੈਨੂੰ, ਇਹਨਾਂ ਨੇ ਇੱਕ ਇਹ ਵੀ ਲਿਖਿਆ ਹੋਇਆ ਇਹ MP ਸਿੰਘ ਜੀ ਨੇ ਵੀ ਜਿਹੜੀ ਹੈਗੀ ਆ ਪੰਚਾਇਤ ਦੇ ਮੂਹਰੇ ਆ ਕੇ ਇਹਨੇ ਮਾਫੀ ਮੰਗੀ। ਤੁਸੀਂ ਪੰਚਾਇਤ ਲੈ ਕੇ ਗਏ ਸੀ MP ਸਿੰਘ ਦੇ ਕੋਲ, ਫਿਰ ਤੁਸੀਂ ਕਿਉਂ ਲੈ ਕੇ ਗਏ ਸੀ? ਆਹ ਲਿਖਿਆ ਹੋਇਆ ਸਪੈਸ਼ਲੀ ਉਹਨਾਂ ਨੇ। ਨਹੀਂ ਸਰ, ਮੈਂ ਪੰਚਾਇਤ, ਮੇਰੇ 2 ਬੱਚੇ ਜੀ, ਆਪਾਂ ਦੋਨਾਂ ਦੀ ਸਹੁੰ ਖਾਂਦੇ ਹਾਂ। ਜੇ ਮੈਂ ਕਿਤੇ ਸਰਪੰਚ ਨੂੰ ਨਾਲ ਲੈ ਕੇ ਗਿਆ ਹਾਂ, ਬੇਸ਼ੱਕ ਫੋਨ ਲਾ ਲਓ ਸਰਪੰਚ ਸਾਹਿਬ ਨੂੰ, ਪਰ ਮੈਂ ਨਾ ਤਾਂ ਅੱਜ ਲੈ ਕੇ ਗਿਆ, ਨਾ ਕੱਲ੍ਹ ਲੈ ਕੇ ਗਿਆ, ਨਾ ਹੀ ਮੈਂ ਕਦੇ ਉਹਨਾਂ ਦੇ ਸਾਹਮਣੇ ਗਲਤੀ ਮੰਨੀ ਹੈ। ਮੈਂ ਪਹਿਲਾਂ ਵੀ ਕਿਹਾ ਵੀ ਮੈਂ ਗਲਤੀ ਕਦੇ ਵੀ ਨਹੀਂ ਮੰਨੀ, ਕਿਉਂਕਿ ਜਿਹੜਾ ਕਸੂਰ ਕਰੇ ਹੀ ਨਹੀਂ ਆਪਾਂ ਉਹਦੀ ਗਲਤੀ ਵੀ ਕਿਉਂ ਮੰਨੀਏ। ਇਹ ਚੀਜ਼ ਹੋ ਗਈ ਸਰ, ਹੋਇਆ ਕੁਛ ਨਹੀਂ ਹੈਗਾ, ਐਵੇਂ ਖਾਮਖਾ ਵਿੱਚ ਬਸ ਮੇਰੀ ਫਾਈਲ ਖਰਾਬ ਕਰਨਾ ਜੀ, ਹੋਰ ਕੁਛ ਨਹੀਂ ਹੈਗਾ। ਆ ਮੈਂ ਸੁਸਾਈਡ ਕਰਨ ਤੋਂ ਪਹਿਲਾਂ ਨੋਟਿਸ ਲਾਏ ਹੋਏ ਨੇ ਸਰ ਸਾਰੇ, ਆ ਵੀ ਮੇਰੇ ਤੋਂ ਬਾਅਦ ਵੀ ਕੋਈ ਵੀ ਕਾਰਵਾਈ ਹੁੰਦੀ ਆ ਕਾਗਜ਼ਾਂ ਤੇ ਹੋ ਸਕੇ। ਨਹੀਂ ਸੁਸਾਈਡ ਨਹੀਂ ਕਰਨਾ ਆਪਾਂ ਨੇ ਭਰਾ, ਬਿਲਕੁਲ ਨਹੀਂ ਕਰਨਾ। ਸਾਰਾ ਕੁਝ ਆ ਕਰਕੇ ਦੇਖਿਆ ਬਈ ਆ ਪ੍ਰਦੀਪ ਦਾ 420 ਦਾ ਜਵਾਬ ਤਲਬੀ ਜੀ 'ਚ ਕਹਿੰਦੇ ਨੇ ਵੀ ਮੈਂ ਗਲਤੀ, ਦੇਖੋ ਪੜ੍ਹ ਲਓ ਤੁਸੀਂ, ਵਿੱਚ ਮੈਂ ਅਣਗਹਿਲੀ ਲਿਖੀ ਵੀ ਹੈ, ਗਲਤੀ ਕਿਤੇ ਵੀ ਨਹੀਂ ਲਿਖੀ ਵੀ, ਫਿਰ ਵੀ ਸਮਝ ਨਹੀਂ ਆਉਂਦੀ ਵੀ ਕੀ ਗੱਲ ਹੋ ਰਹੀ ਹੈ। ਮੇਰੇ ਕੋਲ ਆ ਜਾਇਓ ਕਦੀ ਆਫਿਸ ਤੇ। ਬਿਲਕੁਲ ਸਰ, ਮੈਂ ਸਿਰਫ ਇੱਕ ਗੱਲ ਕਲੀਅਰ ਕਰਨੀ ਹੈ ਜੀ। ਇੱਕ ਨਾ ਲਿਖਿਆ ਹੋਇਆ ਰਿਪੋਰਟ ਭੇਜਿਓ ਜਿਹਦੇ ਵਿੱਚ ਤੁਸੀਂ ਲਿਖਿਆ ਹੋਇਆ ਜੀ ਵੀ ਕੁਲਦੀਪ ਸਿੰਘ ਤੁਹਾਡੇ ਕੋਲ ਪੰਚਾਇਤ ਦੇ ਵਿੱਚ ਆ ਕੇ ਵੀ ਮੁਆਫੀ ਮੰਗਦਾ ਹੈ ਜੀ। ਹਾਂ ਤੇ ਉਹ ਕਦੋਂ? ਮੈਂ ਤੁਹਾਨੂੰ ਇੱਕ ਗੱਲ ਕਹਾਂ, ਹੁਣ ਜੇ ਬਹਾਲ ਹੋ ਸਕਦਾ ਨਾ ਤੇ ਮੇਰੀ ਕਲਮ ਤੋਂ ਨਹੀਂ, MD ਦੀ ਕਲਮ ਤੋਂ ਬਹਾਲ ਹੋ ਸਕਦਾ। ਤੁਸੀਂ ਇਹ ਗੱਲ ਮੇਰੀ ਸਮਝੋ। ਨਹੀਂ ਉਹ ਤੇ ਠੀਕ, ਨਹੀਂ ਉਹ ਤੇ ਠੀਕ ਹੈ ਜੀ। ਰਿਪੋਰਟ ਦੇ ਵਿੱਚ ਇਹ ਜਿਹੜੀ ਕਦੋਂ ਮੰਗੀ ਸੀ ਜੀ ਮੁਆਫੀ ਕੁਲਦੀਪ ਸਿੰਘ ਨੇ ਤੁਹਾਡੇ ਕੋਲ ਆ ਕੇ ਜੀ, ਜਿਹੜਾ ਲਿਖਿਆ ਗਿਆ ਜੀ? ਹੁਣ ਫਾਈਲ ਦੇਖ ਕੇ ਪਤਾ ਲੱਗੇਗਾ, ਕਿਉਂਕਿ ਸਰਪੰਚ ਕਹਿ ਰਿਹਾ ਜੀ ਮੈਂ ਤਾਂ ਕਦੇ GM ਨੂੰ ਜਾਣਦਾ ਹੀ ਨਹੀਂ ਜੀ, ਕਹਿੰਦੇ ਸਰਪੰਚ ਸਾਹਿਬ ਕਹਿੰਦੇ ਜੀ। ਚਲੋ ਹੁਣ ਉਹ ਤੇ ਸਭ ਕੁਝ ਬਹੁਤ ਕੁਝ ਕਹਿਣਗੇ, ਮਗਰ ਇੱਕ ਗੱਲ ਦਾ ਮੇਰੀ ਧਿਆਨ ਕਰ ਲਓ, ਇਹ ਵੀ ਤੇ
ਤੁਸੀਂ ਵੀ ਮੀਡੀਆ ਵਿੱਚ ਵੀ ਹਾਂ। ਜੋ ਹੁਣ ਕੱਲ ਇਹਦੀ ਬਹਾਲੀ ਐਮਡੀ ਸਾਹਿਬ ਦੀ ਕਲਮ ਤੋਂ ਹੀ ਹੋਏਗੀ, ਮੇਰੇ ਕੋਲ ਪਾਵਰ ਕੋਈ ਨਹੀਂ ਹੈਗੀ। ਚਲੋ ਠੀਕ ਹੈ ਸਰ, ਠੀਕ ਹੈ। ਸਮਝ ਗਏ ਮੇਰੀ ਗੱਲ ਤੁਸੀਂ? ਇੰਨਾ ਤੇ ਤੁਸੀਂ ਸਾਰੇ ਇਹ ਸੋਚ ਰਹੇ ਹੋ ਕਿ ਸ਼ਾਇਦ ਮੈਂ ਤਾਂ ਕੁਝ ਕਰਨਾ ਹੈ, ਮੈਂ ਤਾਂ ਕੁਝ ਵੀ ਨਹੀਂ ਕਰ ਨਹੀਂ ਨਹੀਂ ਸਕਦਾ ਸਰ, ਚਲੋ ਤੁਸੀਂ ਕਰਨਾ ਨਹੀਂ, ਜਿਹੜਾ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਕੀਤਾ ਹੋਇਆ ਉਹਦੇ ਤਾਂ ਜਵਾਬ ਦੇ ਦਿਓ ਜੀ ਵੀ ਸਰ ਉਹਦਾ ਹੀ ਉਹਦਾ ਮੈਨੂੰ ਇਹ ਵੀ ਦੱਸ ਦਿਓ ਨਾ ਵੀ ਸਰਪੰਚ ਕਦੋਂ ਆਇਆ ਸੀ? ਤੁਸੀਂ ਲਿਖਿਆ ਹੋਇਆ ਵੀ ਫਾਈਲ ਜੇ ਮੈਂ ਦੇਖਾਂਗਾ ਫਾਈਲ ਦੇਖ ਕੇ ਮੈਂ ਕਹਿ ਸਕਦਾ। ਹੁਣ ਤੁਹਾਡੇ ਕੋਲ ਤੇ ਹੋਣਾ ਨਾ ਕੋਈ ਕਾਗਜ਼ ਸਰ ਮੈਨੂੰ ਜਦੋਂ ਹੁਣ ਤੁਹਾਨੂੰ ਸਰ ਪਿੱਛੇ ਜਦੋਂ ਪਹਿਲੀਆਂ ਗੱਲਾਂ ਹੋਈਆਂ ਤੁਹਾਨੂੰ 1-1 ਸਾਲ ਦੀਆਂ 2-2 ਸਾਲ ਦੀਆਂ ਵੀ ਗੱਲਾਂ ਯਾਦ ਹੈ ਜੀ, ਤੇ ਹੁਣ ਇਹ ਸਰਪੰਚ ਵਾਲੀ ਗੱਲ ਤਾਂ ਵੈਸੇ ਹੀ ਯਾਦ ਰਹਿ ਸਕਦੀ ਹੈ ਸਰ। ਦੇਖੋ ਮੈਂ ਇਹ ਗੱਲ ਹੈਗੀ 1.5 ਸਾਲ ਪੁਰਾਣੀ, ਠੀਕ ਹੈ ਨਾ? ਹਾਂਜੀ। ਉਸ ਤੋਂ ਬਾਅਦ ਮੈਂ ਬਦਲ ਗਿਆ ਅੱਛਾ ਉੱਥੋਂ ਜੀ। ਦੀ, ਹਾਂਜੀ। ਤੇ ਮੈਂ ਹੁਣ ਆਇਆ, ਹਫਤਾ ਹੋਇਆ ਨਹੀਂ ਮੈਨੂੰ ਪੈਰੀ ਹੱਥ ਲਾਉਣ ਦਾ ਤਾਂ ਯਾਦ ਰਹਿ ਜਾਂਦਾ ਸਰ, ਮੈਨੂੰ ਮੇਰੇ ਤੋਂ 5 ਸਾਲ ਪਹਿਲੇ ਪੁੱਛ ਲਓ ਜੀ ਕਿ ਦੱਸੋ, ਮੈਂ ਦੱਸ ਤੁਹਾਡੀ ਦਿੰਦਾ। ਯਾਦਾਸ਼ਤ ਹੋਏਗੀ, ਮੇਰੀ ਇੰਨਾ ਨਹੀਂ, ਕਿਉਂਕਿ ਮੈਨੂੰ ਬਥੇਰੇ ਸਰ ਬਹੁਤ ਲੋਕੀ ਵੱਡੇ ਮੈਨੂੰ ਰੈਂਕ ਤੇ ਹੋ ਮਿਲਣ ਤੁਸੀਂ, ਇੱਕ ਅਫਸਰ ਦੇ ਰੈਂਕ ਤੇ ਹੋ, ਤੁਹਾਡੀ ਯਾਦਾਸ਼ਤ ਤੇ ਹੋ। ਉਮਰ ਦੇ ਹਿਸਾਬ ਨਾਲ ਸਭ ਕੁਝ ਡਾਊਨ ਹੋ ਜਾਂਦਾ। ਚਲੋ ਰਿਟਾਇਰਮੈਂਟ ਦੇ ਕੋਲ ਆ ਗਏ ਹੋਏ ਹੋ ਮਤਲਬ ਕਿ ਤੁਸੀਂ? ਹਾਂ ਬਸ ਹੈਗੇ ਥੋੜੇ ਚਲੋ। 2 ਸਾਲ। ਹਾਂਜੀ। ਰਿਟਾਇਰ ਹੋਣ ਵਾਲੇ ਨੇ ਜੀ ਜੀਐਮ ਸਾਹਿਬ, ਕਹਿੰਦੇ ਯਾਦਾਸ਼ਤ ਹੁਣ ਕਮਜ਼ੋਰ ਹੋ ਗਈ ਹੈ। ਪਰ ਜਦੋਂ ਪਿੱਛੇ ਕੁਲਦੀਪ ਹੋਰਾਂ ਦੇ ਬਾਬਤ ਗੱਲਾਂ ਕੀਤੀਆਂ ਤਾਂ ਬਹੁਤ ਸਾਰੀਆਂ ਗੱਲਾਂ ਪਿਛਲੀਆਂ ਦੱਸ ਦਿੱਤੀਆਂ ਜੀਐਮ ਸਾਹਿਬ ਨੇ ਮੈਨੂੰ। ਪਰ ਜਿਹੜੀ ਗੱਲ ਇਹਨਾਂ ਨੇ ਰਿਪੋਰਟ ਦੇ ਵਿੱਚ ਲਿਖੀ ਹੈ ਐਮਪੀ ਸਿੰਘ ਜੀ ਨੇ ਵੀ ਇਹ ਪੰਚਾਇਤ ਦੇ ਕੋਲ ਆ ਕੇ ਜਿਹੜਾ ਹੈਗਾ ਇਹ, ਮੈਨੂੰ ਸਰਪੰਚ ਸਾਹਿਬ ਦਾ ਨੰਬਰ ਦਿਓ ਜੀ ਆਪਣੇ ਦਾ, ਮੈਂ ਦਰਸ਼ਕਾਂ ਦੇ ਨਾਲ ਵੀ ਰੂਬਰੂ ਕਰਾ ਦਈਏ ਉਹਨਾਂ ਨੂੰ, ਕਿਉਂਕਿ ਉਹ ਖਾਸ ਤੌਰ ਤੇ ਲਿਖਦੇ ਨੇ ਸਪੈਸ਼ਲੀ ਸ਼ਬਦ, ਉਹ ਵੀ ਕੱਢ ਕੇ ਦਿਓ ਮੈਨੂੰ ਜਿਹੜੀ ਚੀਜ਼ ਲਿਖੀ ਹੋਈ ਹੈ। ਸੋ ਵੜਿੰਗ ਸਾਹਿਬ ਇਸ ਕੇਸ ਨੂੰ ਜ਼ਰੂਰ, ਜਿਵੇਂ ਤੁਸੀਂ ਪਹਿਲੇ ਵੀਡੀਓ ਕਾਲ ਕੀਤੀ ਸੀਗੀ ਤਾਂ ਗੱਲਾਂ ਜ਼ਿਆਦਾ ਫਰਕ ਨਹੀਂ ਲੋਕ ਸਮਝ ਰਹੇ। ਲੋਕ ਕਹਿੰਦੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਵੀ ਐਵੇਂ ਲਾਈਵ ਹੋ ਜਾਂਦੇ ਸੀਗੇ ਵੀ ਹਾਂਜੀ ਬੇਟੇ ਕਰਦੇ ਆ ਤੇ ਹੁੰਦਾ ਨਹੀਂ ਸੀ, ਤੇ ਤੁਸੀਂ ਵੀ ਲਾਈਵ ਹੋ ਗਏ ਹੋ, ਪਰ ਹਲੇ ਇਹ ਵੀਰ ਦਾ ਹੱਲ ਹੋਇਆ ਨਹੀਂ। ਤੁਸੀਂ ਕਰਾਉਣਾ ਚਾਹੁੰਦੇ ਸੀ, ਬਰਨਾਲਾ ਜਾ ਕੇ ਵੀ ਤੁਸੀਂ ਕਿਹਾ, ਪਰ ਅਫਸਰਾਂ ਨੇ ਇਹ ਕੰਮ ਕਿਉਂ ਨਹੀਂ ਕੀਤਾ, ਤਾਂ ਉਹਨਾਂ ਤੋਂ ਵੀ ਹੁਣ ਤੁਸੀਂ ਜਵਾਬ ਮੰਗੋ। ਤੇ ਜੇਕਰ ਇਹ ਵੀਰ ਨੂੰ ਦੋਸ਼ੀ ਬਣਾਇਆ ਜਾਂਦਾ ਹੈ, ਸਸਪੈਂਡ ਕਰ ਦਿੱਤਾ ਜਾਂਦਾ ਹੈ, ਤਾਂ ਜਿਹੜੇ ਇੱਕ ਮੰਤਰੀ ਦਾ ਹੁਕਮ ਨਹੀਂ ਮੰਨਦੇ ਉਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਇਹ ਤੁਸੀਂ ਦੇਖੋ ਹੁਣ, ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਕਿਉਂਕਿ ਲੋਕ ਇਹ ਵੀ ਕਹਿ ਰਹੇ ਨੇ ਵੀ ਮੁੱਖ ਮੰਤਰੀ ਸਾਹਿਬ ਜੀ ਤੁਹਾਡੀਆਂ ਵੀ ਜਿਹੜੀਆਂ ਗੱਲਾਂ ਨਹੀਂ ਮੰਨ ਰਹੇ ਅਫਸਰ, ਤੇ ਟਰਾਂਸਪੋਰਟ ਮੰਤਰੀ ਸਾਹਿਬ ਤੁਹਾਡੀਆਂ ਗੱਲਾਂ ਵੀ ਜਿਹੜੀਆਂ ਤੁਸੀਂ ਵੀ ਕਹਿ ਕੇ ਗਏ ਹੋ। ਸੋ ਇਹ ਲਿਖਿਆ ਗਿਆ ਸਪੈਸ਼ਲੀ, ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਦਫ਼ਤਰ ਆਪਣੀ ਗਲਤੀ ਮੰਨਦੇ ਹੋਏ ਮਸ਼ੀਨਾਂ ਅਤੇ ਰੂਟ ਰਸੀਟ ਅਨੁਸਾਰ ਐਵਰੇਜ ਕੈਸ਼ ਜਮ੍ਹਾਂ ਕਰਵਾਉਣ ਕਰਕੇ ਸੇਵਾਵਾਂ ਬਹਾਲ ਕਰਨ ਦੀ ਬੇਨਤੀ ਲੈ ਕੇ ਆਇਆ ਸੀ। ਹਾਂ। ਸੇਵਾਵਾਂ ਬਹਾਲ ਕਰਨਾ ਡੀਪੂ ਦੇ ਅਧਿਕਾਰ ਦੇ ਵੱਸ ਦੀ ਗੱਲ ਨਹੀਂ ਹੈ, ਸ਼ਾਇਦ ਐ ਲਿਖਿਆ ਹੋਇਆ ਸਾਰਾ ਇਹ 'ਚ। ਹਾਂ। ਨਾ ਮੈਂ ਮਰਨਾ ਮਨਜ਼ੂਰ ਆ, ਪਰ ਇਸ ਤਰ੍ਹਾਂ ਮੈਂ ਜਿਹੜੀ ਗਲਤੀ ਕਰੀ ਨਹੀਂ ਉਹਦੀ ਮਾਫੀ ਨਹੀਂ ਮੰਗਦਾ। ਜਿਹੜੀ ਗਲਤੀ ਮੈਂ ਪ੍ਰਦੀਪ ਦੇ ਖਿਲਾਫ ਲਿਖੀ ਸੀ ਉਸ ਟਾਈਮ, ਕਿਉਂਕਿ ਇਹ 6 ਮਹੀਨਿਆਂ ਬਾਅਦ ਨਿਕਲੀ ਆ ਗੱਲ ਵੀ ਇਹਦੇ 'ਚ ਕੇਸ ਕੀ ਆ, ਉਹ ਮੈਂ ਪਹਿਲਾਂ ਹੀ ਪ੍ਰਦੀਪ ਤੋਂ ਮਾਫੀ ਮੰਗ ਲਈ। ਜਿਹੜੀ ਮੈਂ ਗਲਤੀ ਕਰੀ ਸੀ ਇਹਨਾਂ ਨੇ ਕਰਾਈ ਤੇ ਮੈਂ ਕਰੀ, ਉਹ 'ਚ ਕੀ ਸੀਗਾ, ਇਹਨਾਂ ਨੇ ਇੱਕ ਮਤਲਬ ਸਿਸਟਮ ਹੀ ਐਸਾ ਬਣਾਤਾ ਵੀ ਇਹਨਾਂ ਨੇ ਇੱਕ ਸਾਬਤ ਕਰਤਾ ਵੀ ਇਹ ਮਸ਼ੀਨਾਂ ਮੇਰੇ ਟਾਈਮ 'ਚ ਚੋਰੀ ਹੋਈਆਂ, ਉਸ ਟਾਈਮ 'ਚ ਹੋਈਆਂ ਜਦੋਂ ਪ੍ਰਦੀਪ ਬੈਠਾ ਸੀ। ਮੈਂ ਉੱਤੇ ਲਿਖ ਕੇ ਦੇਤਾ, ਪਰ 6 ਮਹੀਨਿਆਂ ਬਾਅਦ ਇਹ ਕੇਸ ਹੀ ਸਾਰਾ ਹੀ ਉਲਟ ਨਿਕਲ ਗਿਆ। ਤੇ ਮੈਂ ਉਹ ਗਲਤੀ ਕੀਤੀ ਤੇ ਮੈਂ ਜੀਐਮ ਸਾਹਿਬ ਨੂੰ ਦੂਜੇ ਨੂੰ ਪ੍ਰਦੀਪ ਨੂੰ ਮੈਂ ਕਿਹਾ, ਮੈਂ ਕਿਹਾ ਬਈ ਮੇਰੇ ਤੋਂ ਗਲਤੀ ਹੋ ਗਈ ਵੀ ਜੇ ਮੈਂ ਤੇਰੇ ਤੇ ਇਲਜ਼ਾਮ ਲਾਇਆ, ਜਦੋਂ ਕਿ ਇਹ ਇਲਜ਼ਾਮ ਮੇਰੇ ਤੇ ਵੀ ਨਹੀਂ ਲੱਗਦਾ, ਫਿਰ ਮੈਂ ਉਹਦੇ ਤੇ ਵੀ ਕਿਵੇਂ ਲਾ ਸਕਦਾ। ਸੋ ਪਿੰਡ ਕਿਹੜਾ ਆਪਣਾ? ਢਿੱਲਵਾਂ ਸਰ। ਹਾਂਜੀ ਭਾਈ ਜੀ। ਹਾਂਜੀ ਸਰਪੰਚ ਸਾਹਿਬ। ਹਾਂਜੀ ਸਰ ਮੈਨੂੰ ਇੱਕ ਵਾਰ ਮੈਂ ਤੋਂ ਜਾਣਨਾ ਚਾਹੁੰਦਾ ਹੈ, ਕੈਮਰੇ ਤੇ ਔਨ ਰਿਕਾਰਡ ਲੈ ਰਿਹਾ। ਉਹ ਜਦੋਂ ਮੇਰੀ ਜੀਐਮ ਸਾਹਿਬ ਨਾਲ ਹੁਣੇ ਗੱਲ ਹੋਈ ਹੈ ਜੀ, ਉਹ ਕਹਿੰਦੇ ਢਿਲਮਾ ਪਿੰਡ ਦੀ ਪੰਚਾਇਤ ਤੇ ਤੁਸੀਂ ਆਏ ਸੀਗੇ। ਉਹ ਕਹਿੰਦੇ ਮੈਂ ਦੇਖ ਕੇ ਦੱਸ ਦਿੰਦਾ ਵੀ ਕਦੋਂ ਆਏ ਸੀ, ਪਰ ਤੁਸੀਂ ਗਏ ਸੀ ਉੱਥੇ, ਗਲਤੀ ਮੰਨੀ ਆ ਕੁਲਦੀਪ ਸਿੰਘ ਨੇ ਵੀ ਮੇਰੇ ਤੋਂ ਗਲਤੀ ਹੋ ਗਈ। ਨਹੀਂ 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 ਸਰ, 1.5 ਸਾਲ ਸਰ ਉਹਨਾਂ ਨੇ ਮੈਨੂੰ 1.5 ਸਾਲ ਪੁਰਾਣੀ ਗੱਲ ਕਿਹਾ ਜੀ। 5-7 ਸਾਲ ਦੀ ਤਾਂ ਵੈਸੇ ਹੀ ਨਹੀਂ ਗੱਲ ਜੀ, ਇਹ 2019 ਸਾਲ ਦੀ ਗੱਲ ਹੈ ਜੀ।
ਨਹੀਂ ਜੀ ਮੇਰੇ ਨਹੀਂ ਗੱਲ ਕੋਈ ਧਿਆਨ ਚ। ਤੁਸੀਂ ਗਏ ਨਹੀਂ ਜੀਐਮ ਕੋਲ ਕਦੇ ਕੁਲਦੀਪ ਨੂੰ ਲੈ ਕੇ, ਜਾਂ ਮਾਫੀ ਮੰਗੀ ਹੋਵੇ ਉੱਤੇ ਕੁਲਦੀਪ ਨੇ ਗਲਤੀ ਕਬੂਲੀ ਹੋਵੇ? ਨਹੀਂ ਜੀ ਨਹੀਂ, ਮੈਂ ਕਰਦਾ ਗੱਲ ਜੀ ਕੁਲਦੀਪ। ਠੀਕ ਹੈ ਜੀ। ਨਹੀਂ ਆਇਆ ਸਰਪੰਚ ਇਹੀ ਪੈਂਦਾ ਸਾਨੂੰ ਲੱਖਾ ਤੇ ਨਹੀਂ ਆਇਆ ਇਹ ਮਤਲਬ ਕਿ ਪੰਚਾਇਤ ਵੀ, ਸਾਰੀ ਪੰਚਾਇਤ ਵੀ, ਜਾਂ ਕੋਈ ਸਾਡਾ ਨਾਲ ਮੈਂਬਰ ਆਉਂਦਾ ਜਾਂ ਕੋਈ ਵੀ ਆਉਂਦਾ ਤੇ ਮਤਲਬ ਕੋਈ ਨਹੀਂ ਆਇਆ। ਐਵੇਂ ਫਾਲਤੂ ਗੱਲਾਂ ਨੇ, ਸਰਪੰਚ ਸਾਹਿਬ ਨਹੀਂ ਆਏ। ਤੇ ਹੁਣ ਰਾਜਾ ਵੜਿੰਗ ਸਾਹਿਬ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਅਪੀਲ ਤਾਂ ਸਰ ਇਹੀ ਹੈ ਵੀ ਇਸ ਕੇਸ ਦਾ ਹਜੇ ਮਤਲਬ ਕਿ ਪਾਸਾ ਨਾ ਕਰਿਆ ਜਾਵੇ। ਵੜਿੰਗ ਸਾਹਿਬ ਨੂੰ ਬੇਨਤੀ ਆ ਵੀ ਜਿੰਨਾ ਚਿਰ ਇਹਦਾ ਸਾਰਾ ਫੈਸਲਾ ਨਹੀਂ ਹੁੰਦਾ, ਪੂਰੀ ਸਖਤੀ ਨਾਲ, ਪੂਰੀ ਸਖਤਾਈ ਨਾਲ ਇਹ ਕੇਸ ਦਾ ਫੈਸਲਾ ਕਰਾਇਆ ਜਾਵੇ। ਐਵੇਂ ਪੋਲੇ ਪੈਰੀ ਕੇਸ ਨਹੀਂ ਹੁੰਦਾ ਇਹ। ਹਜੇ ਵੀ ਇਹ ਮੇਰਾ ਖਿਆਲ ਆ ਵੀ ਪੱਛਾ ਕਰ ਰਹੇ ਨੇ। ਮਤਲਬ ਕਿ ਮੇਰੀ ਬੇਨਤੀ ਹੈ ਵੜਿੰਗ ਸਾਹਿਬ ਨੂੰ ਵੀ ਜੇ ਇਸ ਕੇਸ ਨੂੰ ਤੁਸੀਂ ਹੱਥ ਪਾਇਆ ਤਾਂ ਮੇਰੀ ਬੇਨਤੀ ਹੈ ਵੀ ਮੇਰੇ ਬੱਚੇ ਜੋ ਮਤਲਬ ਹੋ ਜਾਂਦੇ ਆ, ਰੁਲਦੇ ਫਿਰਦੇ ਆ, ਵੀ ਤੁਸੀਂ ਇਸ ਚੀਜ਼ ਨੂੰ ਹਜੇ ਛੱਡੋ ਨਾ, ਕਰਿਆ ਜਾਵੇ। ਹਜੇ ਇਹਦਾ ਹੱਲ ਹੋਇਆ ਨਹੀਂ ਹੈਗਾ। ਸੋ ਬਿਲਕੁਲ ਜੀ, ਰਾਜਾ ਵੜਿੰਗ ਜੀ ਨੂੰ ਅਸੀਂ ਵੀ ਜ਼ਰੂਰ ਅਪੀਲ ਕਰਦੇ ਹਾਂ ਵੀ ਇਸ ਕੇਸ ਨੂੰ ਜ਼ਰੂਰ ਵੇਖਿਆ ਜਾਵੇ ਤੇ ਜਿਹੜੇ ਬੰਦੇ, ਜੇਕਰ ਕੁਲਦੀਪ ਸਿੰਘ ਦੋਸ਼ੀ ਪਾਇਆ ਜਾਂਦਾ ਤਾਂ ਇਹਨੂੰ ਵੀ ਬਣਦੀ ਸਜ਼ਾ ਦਿੱਤੀ ਜਾਵੇ। ਪਰ ਜੇਕਰ ਅਫਸਰਾਂ ਦੀ ਅਣਗਹਿਲੀ ਦੇ ਕਰਕੇ ਇਹਨੂੰ ਵੀਰ ਨੂੰ 2.5 ਸਾਲ ਇਸ ਤਰ੍ਹਾਂ ਜ਼ਲੀਲ ਵੀ ਹੋਣਾ ਪਿਆ ਤੇ ਇਸ ਤਰ੍ਹਾਂ ਸਮਾਂ ਕੱਢਣਾ ਪਿਆ, ਨੌਕਰੀ ਤੋਂ ਵੀ ਹੱਥ ਧੋਣੇ ਪਏ ਤੇ ਬੱਚਿਆਂ ਦੇ ਲਈ ਜੋ ਇਹਨੇ ਜੋ ਪਰੇਸ਼ਾਨੀ ਝੱਲੀ ਹੈ, ਇੱਕ ਤਾਂ ਉਹਦਾ ਮੁਆਵਜ਼ਾ ਵੀ ਇਹਨੂੰ ਮਿਲਣਾ ਚਾਹੀਦਾ ਹੈ ਤੇ ਬਾਕੀ ਜੋ ਇਸ ਦੇ ਵਿੱਚ ਦੋਸ਼ੀ ਲੋਕ ਨੇ, ਚਾਹੇ ਉਹ ਕੋਈ ਬਰਾਬਰ ਦੀ ਨੌਕਰੀ ਦੇ ਅਹੁਦੇ ਦਾ ਬੰਦਾ ਹੋਵੇ, ਚਾਹੇ ਉਤਲੇ ਅਹੁਦੇ ਦਾ ਬੰਦਾ ਹੋਵੇ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਤਲਬ ਕਿ ਦੋਸ਼ੀ ਚਾਹੇ ਉਹ ਕੁਲਦੀਪ ਹੋਵੇ, ਚਾਹੇ ਉਹ MP ਸਿੰਘ ਜੀ ਹੋਣ, ਚਾਹੇ ਉਹ ਕੋਈ ਹੋਰ ਵੱਡਾ ਅਧਿਕਾਰੀ ਹੋਵੇ, ਚਾਹੇ ਉਹ ਇਹਦੇ ਬਰਾਬਰ ਦੀ ਪੋਸਟ ਦਾ ਹੋਵੇ, ਸੋ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਤੇ ਅਸੀਂ ਉਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਫਿਰ ਦਿਖਾਵਾਂਗੇ ਵੀ ਪੰਜਾਬ ਸਰਕਾਰ ਹੁਣ ਆਈ ਹੈ, ਜਿਹੜੇ ਕਹਿੰਦੇ ਸੀ ਨਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦੋਸ਼ ਲੱਗਦੇ ਸੀ ਉਹ ਸਹੀ ਸੀ, ਤੇ ਹੁਣ ਸਰਕਾਰ ਨੇ ਕਰਕੇ ਦਿਖਾਇਆ। ਫਿਰ ਅਸੀਂ ਦੁਬਾਰਾ ਖਬਰ ਲਗਾਵਾਂਗੇ ਇਹ, ਪਰ ਇਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।